ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀਆਂ ਦੂਰੀਆਂ ਵਧੀਆਂ ਤਾਂ ਕੀ ਹੁਣ ਨੇੜਤਾ ਵੀ ਵਧੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਬਾਰੇ ਜੋ ਗੱਲਾਂ ਲਿਖੀਆਂ ਨੇ, ਲੇਖ ਲਿਖਿਆ, ਉਸ ਦੇ ਸੰਕੇਤ ਕੀ ਨੇ। ਇਹਨਾਂ ਕੋਲ ਤੇ 13 ਸੀਟਾਂ ਲੜਨੀਆਂ ਔਖੀਆਂ ਹੋ ਜਾਣਗੀਆਂ ਇਹਨਾਂ ਦੀਆਂ 24 ਦੇ ਵਿੱਚ। ਇਹਨਾਂ ਨੂੰ ਤਾਂ ਜਲੰਧਰ ਨਹੀਂ ਬੰਦਾ ਲੱਭਾ ਆਪਣਾ ਬੀਜੇਪੀ ਦਾ, ਉਹ ਬਾਹਰੋਂ ਸ਼੍ਰੋਮਣੀ ਅਕਾਲੀ ਦਲ ਦਾ ਤੋੜ ਕੇ ਲੈ ਕੇ ਆਏ ਨੇ। ਹਾਲੇ ਤਾਂ ਤੁਹਾਨੂੰ 12 ਬੰਦੇ ਚਾਹੀਦੇ ਨੇ। ਤੁਹਾਡੇ ਕੋਲ ਗੁਰਦਾਸਪੁਰ ਬੰਦਾ ਨਹੀਂ ਹੈਗਾ, ਤੁਸੀਂ ਕਦੀ ਉੱਥੇ ਵਿਨੋਦ ਖੰਨੇ ਨੂੰ ਉਤਾਰਦੇ ਰਹੇ, ਕਦੀ ਸੰਨੀ ਦਿਓਲ ਨੂੰ ਉਤਾਰਦੇ ਰਹੇ, ਨਵਜੋਤ ਸਿੰਘ ਸਿੱਧੂ ਨੂੰ ਜੇ ਕ੍ਰਿਕਟਰ ਲਿਆਂਦਾ ਹੈਗਾ, ਤੁਹਾਡੇ ਕੋਲ ਉੱਥੇ ਬੰਦਾ ਨਹੀਂ। ਤੁਹਾਡੇ ਕੋਲ ਸੰਗਰੂਰ ਨਹੀਂ ਲੱਭਾ ਬੰਦਾ ਹੈਗਾ। ਤੇ ਬੀਜੇਪੀ ਨੂੰ ਪਤਾ ਲੱਗ ਗਿਆ, ਹਾਈ ਕਮਾਨ ਨੂੰ ਪਤਾ ਲੱਗ ਗਿਆ ਬੀਜੇਪੀ ਨੂੰ ਕਿ ਜੇ ਪੰਜਾਬ ਦੇ ਵਿੱਚ ਗੱਠਜੋੜ ਕਰਨਾ ਵਾ ਤਾਂ ਸਾਡਾ ਜਿਹੜਾ ਵਿਕਲਪ ਆ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੰਯੁਕਤ ਬਣਾਇਆ ਹੈਗਾ ਉਹਨਾਂ ਦੇ ਦਾਣੇ ਵਿਕੇ ਹੋਏ ਨੇ। ਅਕਾਲੀ ਦਲ ਨੂੰ ਇੰਨੀ ਲੋੜ ਨਹੀਂ ਹੈਗੀ। ਅਕਾਲੀ ਦਲ ਨੂੰ ਭੁੱਖ ਇਹ ਹੋ ਸਕਦੀ ਕਿ ਸੈਂਟਰ ਸਾਡਾ ਇੱਕ ਅੱਧਾ ਵਜ਼ੀਰ ਬਣ ਜੂ, ਇੱਕ ਅੱਧਾ ਕਿਤੇ ਲੈਫਟੀਨੈਂਟ ਗਵਰਨਰ ਲਾ ਦੇਣਗੇ, ਕਿਤੇ ਨਾ ਕਿਤੇ ਕਮਿਸ਼ਨ ਦਾ ਚੇਅਰਮੈਨ ਲਾ ਦੇਣਗੇ। ਬੀਜੇਪੀ ਨੂੰ ਜ਼ਿਆਦਾ ਭੁੱਖ ਆ ਗਈ ਹੈ। ਇੱਦਾਂ ਦੇ ਸਮੀਕਰਨ ਬਣਦੇ ਜਾ ਰਹੇ ਨੇ। ਭਾਰਤੀ ਜਨਤਾ ਪਾਰਟੀ 'ਚ ਲੱਗ ਗਿਆ ਕਿ ਪੰਜਾਬ 'ਚ ਸਾਡੇ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਕੋਈ ਵਜੂਦ ਨਹੀਂ ਹੈ, ਕੋਈ ਹੋਂਦ ਨਹੀਂ ਆ, ਤੇ ਨਾ ਹੀ ਸਾਡਾ ਕੋਈ ਪਿਛੋਕੜ ਆ ਪੰਜਾਬ ਦੇ ਵਿੱਚ। ਜਿੰਨਾ ਵੀ ਹੁਣ ਤੱਕ ਪੰਜਾਬ ਦੇ ਵਿੱਚ ਬੀਜੇਪੀ ਨੇ ਖੱਟਿਆ, ਉਸ ਖੱਟਿਆ ਜਿਹੜਾ ਉਹਦੇ ਪਿੱਛੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਦੇਣ ਸੀ। ਪੰਜਾਬ 'ਚ ਜੇ ਮਾੜੇ ਮੋਟੇ ਬੀਜੇਪੀ ਦੇ ਪੈਰ ਲੱਗੇ ਨੇ, ਸ਼੍ਰੋਮਣੀ ਅਕਾਲੀ ਦਲ ਕਰਕੇ ਪੈਰ ਲੱਗੇ ਨੇ। ਬੀਜੇਪੀ ਵਾਲਿਆਂ ਕੋਲ ਤਾਂ ਇਕੱਠ ਵੀ ਨਹੀਂ ਹੁੰਦਾ, ਬੀਜੇਪੀ ਵਾਲੇ ਬੰਦੇ ਇਕੱਠੇ ਕਰਨ ਜੋਗੇ ਵੀ ਨਹੀਂ ਹੈਗੇ। ਇਹ ਤੇ ਅਕਾਲੀ ਦਲ ਦੀਆਂ ਰੈਲੀਆਂ 'ਚ ਸਿਰਫ ਹਾਜ਼ਰੀ ਲਵਾ ਕੇ ਆਉਂਦੇ ਰਹੇ ਨੇ। ਬੀਜੇਪੀ ਦੇ ਬਹੁਤ ਸਾਰੇ ਲੀਡਰ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਜਾਵੇ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਗੱਲ ਕਰਾਂਗੇ ਸਿਆਸੀ ਮੁੱਦਿਆਂ ਤੇ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀਆਂ ਦੂਰੀਆਂ ਵਧੀਆਂ ਤਾਂ ਕੀ ਹੁਣ ਨੇੜਤਾ ਵੀ ਵਧੇਗੀ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਬਾਰੇ ਜੋ ਗੱਲਾਂ ਲਿਖੀਆਂ ਨੇ, ਲੇਖ ਲਿਖਿਆ, ਉਸ ਦੇ ਸੰਕੇਤ ਕੀ ਨੇ, ਉਸ ਦੇ ਨਾਲ ਕੀ ਸਿਆਸੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ, ਇਸ ਦੇ ਉੱਤੇ ਵੀ ਗੱਲ ਕਰਾਂਗੇ। ਔਰ ਪਹਿਲਵਾਨਾਂ ਨੇ ਜਿਹੜਾ ਧਰਨਾ ਮੁਜ਼ਾਹਰਾ ਜੰਤਰ ਮੰਤਰ ਮੈਦਾਨ 'ਚ ਪੱਕਾ ਮੋਰਚਾ ਲਾਇਆ, ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਮੋਰਚਾ ਵਿੱਢਿਆ ਸੀ। ਸੁਪਰੀਮ ਕੋਰਟ ਨੇ ਕੀ ਕਹਿ ਦਿੱਤਾ, FIR ਕਦੋਂ ਦਰਜ ਹੋ ਰਹੀ ਹੈ, ਇਸ ਦੇ ਉੱਤੇ ਵੀ ਗੱਲ ਹੋਵੇਗੀ। ਨਾਲ ਹੀ ਗੱਲ ਕਰਾਂਗੇ ਜਲੰਧਰ ਲੋਕ ਸਭਾ ਜਿਮਣੀ ਚੋਣ ਦੇ ਬਾਰੇ ਕਿ ਹੁਣ ਤੱਕ ਕੀ ਸਰਗਰਮੀਆਂ ਨੇ, ਕੌਣ ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਸ਼ਾਮਲ ਹੋ ਰਿਹਾ। ਇਸ ਬਾਰੇ ਮੇਰੇ ਨਾਲ ਨੇ ਪੱਤਰਕਾਰ ਜਗਤਾਰ ਸਿੰਘ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਗੱਲ ਕਰੀਏ ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਿਆਸਤ ਦੀ, ਹੁਣ ਤੱਕ ਦੂਰੀਆਂ ਕਿਵੇਂ ਵਧੀਆਂ, ਕਿਉਂ ਵਧੀਆਂ, ਨੇੜਤਾ ਕਿਵੇਂ ਹੋਈ, ਸਾਰੀਆਂ ਚਰਚਾਵਾਂ ਹੋਈਆਂ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਕਿਹਾ, ਜੋ ਲਿਖਿਆ, ਉਸ ਤੋਂ ਕੀ ਅੰਦਾਜ਼ੇ ਲਾਏ ਜਾਣ। ਸੰਦੀਪ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਮਝੌਤਾ, ਜਿਹੜਾ ਗੱਠਜੋੜ ਟੁੱਟਾ ਸੀ, ਉਹ ਸੀ ਖੇਤੀਬਾੜੀ ਅੰਦੋਲਨ, ਜਿਹੜੇ ਕਿਸਾਨੀ 3 ਬਿੱਲ ਸੀ। ਸ਼੍ਰੋਮਣੀ ਅਕਾਲੀ ਦਲ ਕਹਿੰਦਾ ਸੀ ਖੇਤੀਬਾੜੀ ਕਾਨੂੰਨ ਜਿਹੜੇ ਉਹ ਵਾਪਸ ਲੈ ਲਓ ਤੇ ਗੱਠਜੋੜ ਬਚ ਜੂਗਾ। ਉਦੋਂ ਬੀਜੇਪੀ ਨੂੰ ਲੱਗਾ ਕਿ ਨਹੀਂ, ਗੱਠਜੋੜ ਨਹੀਂ ਸਾਨੂੰ ਪ੍ਰਾਇਓਰਟੀ, ਸਾਡੇ ਵਾਸਤੇ ਖੇਤੀ ਕਾਨੂੰਨ ਲਾਗੂ ਕਰਨੇ ਪ੍ਰਾਇਓਰਟੀ। ਹਾਲਾਤ ਇਹੋ ਜਿਹੇ ਬਦਲੇ, ਗੱਠਜੋੜ ਵੀ ਟੁੱਟਾ ਤੇ ਮੰਤਰੀ ਉਹਦਾ ਸਾਥ ਵੀ ਟੁੱਟ ਗਿਆ। ਹੁਣ ਰਹੀ ਗੱਲ, ਇੱਦਾਂ ਦੇ ਸਮੀਕਰਨ ਬਣਦੇ ਜਾ ਰਹੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ 'ਚ ਲੱਗ ਗਿਆ ਕਿ ਪੰਜਾਬ 'ਚ ਸਾਡੇ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਕੋਈ ਵਜੂਦ ਨਹੀਂ ਹੈ, ਕੋਈ ਹੋਂਦ ਨਹੀਂ ਆ, ਤੇ ਨਾ ਹੀ ਸਾਡਾ ਕੋਈ ਪਿਛੋਕੜ ਆ ਪੰਜਾਬ ਦੇ ਵਿੱਚ। ਜਿੰਨਾ ਵੀ ਹੁਣ ਤੱਕ ਪੰਜਾਬ ਦੇ ਵਿੱਚ ਬੀਜੇਪੀ ਨੇ ਖੱਟਿਆ, ਉਸ ਖੱਟਿਆ ਜਿਹੜਾ ਉਹਦੇ ਪਿੱਛੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਦੇਣ ਸੀ। ਇਹਨਾਂ ਕਰਕੇ ਇਹ 23 ਸੀਟਾਂ 'ਚੋਂ 19 ਵੀ ਲੈ ਕੇ ਜਾਂਦੇ ਰਹੇ ਨੇ। ਪੰਜਾਬ 'ਚ ਜੇ ਮਾੜੇ ਮੋਟੇ ਬੀਜੇਪੀ ਦੇ ਪੈਰ ਲੱਗੇ ਨੇ, ਸ਼੍ਰੋਮਣੀ ਅਕਾਲੀ ਦਲ ਕਰਕੇ ਪੈਰ ਲੱਗੇ ਨੇ। ਇਹ ਚਾਹੇ ਪੰਜਾਬ ਦੇ ਬੀਜੇਪੀ ਦੇ ਲੀਡਰ ਮੰਨਣ ਜਾਂ ਨਾ ਮੰਨਣ, ਹਾਈ ਕਮਾਨ ਨੂੰ ਪਤਾ, ਬੀਜੇਪੀ ਨੂੰ ਪਤਾ ਹੈਗਾ ਕਿ ਜੇ ਪੰਜਾਬ ਦੇ ਵਿੱਚ ਬੀਜੇਪੀ ਜਿਉਂਦੀ ਸੀ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਕਰਕੇ। ਬੀਜੇਪੀ ਵਾਲਿਆਂ ਕੋਲ ਤਾਂ ਇਕੱਠ ਵੀ ਨਹੀਂ ਹੁੰਦਾ, ਬੀਜੇਪੀ ਵਾਲੀ ਤੇ ਰੈਲੀ ਕਰਨ ਜੋਗੇ ਵੀ ਨਹੀਂ ਹੈਗੇ, ਬੀਜੇਪੀ ਵਾਲੇ ਪੈਸੇ ਖਰਚਣ ਜੋਗੇ ਨਹੀਂ ਹੈਗੇ, ਬੀਜੇਪੀ ਵਾਲੇ ਬੰਦੇ ਇਕੱਠੇ ਕਰਨ ਜੋਗੇ ਵੀ ਨਹੀਂ ਹੈਗੇ। ਇਹ ਤੇ ਅਕਾਲੀ ਦਲ ਦੀਆਂ ਰੈਲੀਆਂ 'ਚ ਸਿਰਫ ਹਾਜ਼ਰੀ ਲਵਾ ਕੇ ਆਉਂਦੇ ਰਹੇ ਨੇ ਤੇ ਬੱਲੇ ਬੱਲੇ ਕੱਢਦੇ ਰਹੇ ਤੇ ਬਸ ਇੱਕ ਨਾਅਰਾ ਲਾਉਂਦੇ ਸੀ ਬੀਜੇਪੀ ਦਾ, ਬਸ ਹੋਰ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ ਸੀ। ਹੁਣ ਇਹ ਬੀਜੇਪੀ ਦੇ ਬਹੁਤ ਸਾਰੇ ਲੀਡਰ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਜਾਵੇ, ਚਾਹੇ ਉਹਦੇ ਸਰਜੀਤ ਕੁਮਾਰ ਜਿਆਣੀ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਕਹਿ ਨੂੰ 9 ਮਾਸਦਾਰ ਕਹਿ ਲਓ ਜਾਂ ਵੱਡਾ ਭਰਾ ਛੋਟਾ ਭਰਾ ਕਹਿ ਲਓ, ਲੇਕਿਨ ਮਜਬੂਰੀ ਬਹੁਤ ਵੱਡੀ ਬੀਜੇਪੀ ਦਾ। ਇੱਕ ਸੰਦੀਪ, ਸਭ ਤੋਂ ਵੱਡੀ ਗੱਲ ਆ ਇਹਨਾਂ ਦਾ ਜਿਹੜਾ ਗੱਠਜੋੜ ਆ 96 ਸੀਟਾਂ ਦਾ, 94 ਸੀਟਾਂ ਦਾ ਤੇ 23 ਸੀਟਾਂ ਦਾ। 94 ਤੇ ਸ਼੍ਰੋਮਣੀ ਅਕਾਲੀ ਦਲ ਲੜਦਾ ਰਿਹਾ, 23 ਤੇ ਬੀਜੇਪੀ ਲੜਦੀ ਰਹੀ। ਹੁਣ 96 ਦੇ ਵਿੱਚੋਂ 60 ਸੀਟਾਂ ਤੇ ਆ ਸਕਦੀਆਂ ਸਰਕਾਰ ਬਣਾਉਣ ਵਾਸਤੇ।
23 ਚੋਂ 60 ਨਹੀਂ ਆ ਸਕਦੀਆਂ, ਕਿਉਂਕਿ ਬੀਜੇਪੀ 23 ਸੀਟਾਂ ਤੋਂ 24 ਸੀਟ ਇਹਨਾਂ ਦੇ ਹੈ ਨਹੀਂ ਹੈ, ਇਹਨਾਂ ਦੇ ਲੀਡਰ ਨਹੀਂ ਆ ਗਏ। ਇਹਨਾਂ ਕੋਲ ਤੇ ਆ 13 ਸੀਟਾਂ ਲੜਨੀਆਂ ਔਖੀਆਂ ਹੋ ਜਾਣਗੀਆਂ ਇਹਨਾਂ ਦੀਆਂ 24 ਦੇ ਵਿੱਚ। ਇਹਨਾਂ ਨੂੰ ਤਾਂ ਜਲੰਧਰ ਨਹੀਂ ਬੰਦਾ ਲੱਭਾ ਆਪਣਾ ਬੀਜੇਪੀ ਦਾ, ਉਹ ਬਾਹਰੋਂ ਸ਼੍ਰੋਮਣੀ ਅਕਾਲੀ ਦਲ ਦਾ ਤੋੜ ਕੇ ਲੈ ਕੇ ਆਏ ਨੇ। ਹਾਲੇ ਤਾਂ ਤੁਹਾਨੂੰ 12 ਬੰਦੇ ਚਾਹੀਦੇ ਨੇ, ਤੁਹਾਡੇ ਕੋਲ ਗੁਰਦਾਸਪੁਰ ਬੰਦਾ ਨਹੀਂ ਹੈਗਾ, ਤੁਸੀਂ ਕਦੀ ਉੱਥੇ ਵਿਨੋਦ ਖੰਨੇ ਨੂੰ ਉਤਾਰਦੇ ਰਹੇ, ਕਦੀ ਸੰਨੀ ਦਿਓਲ ਨੂੰ ਉਤਾਰਦੇ ਰਹੇ। ਤੁਹਾਡੇ ਕੋਲ ਅੰਮ੍ਰਿਤਸਰ ਬੰਦਾ ਨਹੀਂ ਹੁੰਦਾ ਸੀ, ਨਵਜੋਤ ਸਿੰਘ ਸਿੱਧੂ ਨੂੰ ਜੇ ਕ੍ਰਿਕਟਰ ਲਿਆਂਦਾ ਹੈਗਾ, ਤੁਹਾਡੇ ਕੋਲ ਉੱਥੇ ਬੰਦਾ ਨਹੀਂ। ਤੁਹਾਡੇ ਕੋਲ ਸੰਗਰੂਰ ਨਹੀਂ ਲੱਭਾ ਬੰਦਾ ਹੈਗਾ। ਤੇ ਬੀਜੇਪੀ ਨੂੰ ਪਤਾ ਲੱਗ ਗਿਆ, ਹਾਈ ਕਮਾਨ ਨੂੰ ਪਤਾ ਲੱਗ ਗਿਆ ਬੀਜੇਪੀ ਨੂੰ ਕਿ ਜੇ ਪੰਜਾਬ ਦੇ ਵਿੱਚ ਗੱਠਜੋੜ ਕਰਨਾ ਵਾ ਤਾਂ ਸਾਡਾ ਜਿਹੜਾ ਵਿਕਲਪ ਆ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੰਯੁਕਤ ਬਣਾਇਆ ਹੈਗਾ ਉਹਨਾਂ ਦੇ ਦਾਣੇ ਵਿਕੇ ਹੋਏ ਨੇ। ਅਕਾਲੀ ਦਲ ਇੱਕ ਹੈ, ਅਕਾਲੀ ਦਲ ਨੂੰ ਵੀ ਲੋੜ ਆ, ਅਕਾਲੀ ਦਲ ਨੂੰ ਇੰਨੀ ਲੋੜ ਨਹੀਂ ਹੈਗੀ। ਅਕਾਲੀ ਦਲ ਨੂੰ ਹੋ ਸਕਦਾ ਕਿ ਭੁੱਖ ਹੋਵੇ ਕਿ ਸੈਂਟਰ 'ਚ ਬੀਜੇਪੀ ਸਰਕਾਰ ਸਾਡਾ ਫਿਰ ਇੱਕ ਅੱਧਾ ਮੰਤਰੀ ਬਣ ਜੇ। ਕਿਉਂਕਿ ਅਕਾਲੀ ਦਲ ਲੀਡਰਾਂ ਨੂੰ ਜਦੋਂ ਇਹ ਸਵਾਲ ਕੀਤਾ ਜਾਂਦਾ ਰਿਹਾ ਕਿ ਤੁਹਾਡਾ ਗੱਠਜੋੜ ਮੁੜ ਹੋ ਸਕਦਾ ਤਾਂ ਉਹਨਾਂ ਦਾ ਇਹ ਜਵਾਬ ਹੁੰਦਾ ਸੀ ਕਿ ਅਸੀਂ ਕਰ ਨਹੀਂ ਰਹੇ ਪਰ ਸੰਭਾਵਨਾ ਬਣ ਸਕਦੀ ਹੈ। ਉਹਨਾਂ ਨੇ ਨਾ ਕਦੇ ਨਹੀਂ ਕੀਤੀ ਇਸ ਗੱਲ ਤੋਂ। ਬਿਲਕੁਲ ਸੰਦੀਪ, ਸਿਆਸਤ ਦੇ ਵਿੱਚ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹੈਗੀਆਂ ਨੇ, ਇਹ ਕਿਸੇ ਵੇਲੇ ਵੀ ਹੋ ਸਕਦਾ ਹੈਗਾ। ਤੇ ਇਸ ਕਰਕੇ ਉਹ ਸੰਭਾਵਨਾਵਾਂ ਤੇ ਹੁਣ ਬਣਦੀਆਂ ਦਿਖਾਈ ਦੇ ਰਹੀਆਂ। ਤੇ ਅਕਾਲੀ ਦਲ ਨੂੰ ਭੁੱਖ ਇਹ ਹੋ ਸਕਦੀ ਕਿ ਸੈਂਟਰ ਸਾਡਾ ਇੱਕ ਅੱਧਾ ਵਜ਼ੀਰ ਬਣ ਜੂ, ਇੱਕ ਅੱਧਾ ਕਿਤੇ ਲੈਫਟੀਨੈਂਟ ਗਵਰਨਰ ਲਾ ਦੇਣਗੇ, ਕਿਤੇ ਨਾ ਕਿਤੇ ਕਮਿਸ਼ਨ ਦਾ ਚੇਅਰਮੈਨ ਲਾ ਦੇਣਗੇ। ਬੀਜੇਪੀ ਨੂੰ ਜ਼ਿਆਦਾ ਭੁੱਖ ਆ ਗਈ ਹੈ, ਨਹੀਂ ਤੇ ਬਸਪਾ ਔਰ ਅਕਾਲੀ ਦਲ ਦਾ ਗੱਠਜੋੜ ਆ ਉਹ ਇੱਕ ਵਧੀਆ ਗੱਠਜੋੜ ਹੈਗਾ। ਲੇਕਿਨ ਹੁਣ ਬੀਜੇਪੀ ਹੌਲੀ ਹੌਲੀ ਪੈਰ ਵਧਾ ਰਹੀ ਆ। ਬੀਜੇਪੀ ਨੇ ਫੀਡਬੈਕ ਵੀ ਦੇ ਦਿੱਤੀ ਹੈਗੀ ਆ, ਪਿੰਡਾਂ ਦੇ ਵਿੱਚ ਬੀਜੇਪੀ ਵੜਨ ਜੋਗੀ ਨਹੀਂ ਹੈਗੀ ਹਜੇ, ਕਿਉਂਕਿ ਬੜਾ ਟਾਈਮ ਲੱਗਣਾ ਹੈਗਾ। ਤੇ ਦੂਜੀ ਗੱਲ ਹੁਣ ਪ੍ਰੋਬਲਮ ਇਹ ਹੈਗੀ ਹੈ ਕਿ ਅਸਲੀ ਵਜ੍ਹਾ ਹੁਣ ਇਹ ਜਿਹੜੀ ਬਹੁਤ ਸਾਰੇ ਜਿਹੜੇ ਕਾਂਗਰਸੀ ਬੀਜੇਪੀ ਦੇ ਵਿੱਚ ਸ਼ਾਮਲ ਆਏ ਨਾ, ਉਹ ਨਹੀਂ ਚਾਹੁੰਦੇ ਹੈਗੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਦੁਬਾਰਾ ਗੱਠਜੋੜ ਹੋਵੇ, ਕਿਉਂਕਿ ਜੇ ਗੱਠਜੋੜ ਹੋ ਗਿਆ ਉਹ ਫਿਰ ਵਾਪਸ ਕਿੱਥੇ ਜਾਣਗੇ? ਕਾਂਗਰਸ 'ਚ ਤੇ ਜਾਂ ਫਿਰ ਇੱਥੇ ਰਹਿਣਗੇ। ਜੇ ਇੱਥੇ ਰਹਿਣਗੇ ਤੇ ਉਹਨਾਂ ਨੂੰ ਸਾਰਿਆਂ ਨੂੰ ਸੁਖਬੀਰ ਸਿੰਘ ਬਾਦਲ ਦੇ ਥੱਲੇ ਰਹਿ ਕੇ ਕੰਮ ਕਰਨਾ ਪਊਗਾ। ਅਕਾਲੀ ਦਲ ਦਾ ਵੱਡਾ ਭਰਾ ਹੀ ਰਹੂਗਾ ਨਾ, ਤੇ ਇਸ ਕਰਕੇ ਬੀਜੇਪੀ ਫਿਰ ਫਸ ਜਾਏਗੀ। ਇਸ ਕਰਕੇ ਮੈਨੂੰ ਲੱਗਦਾ ਜਿਹੜਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਵੱਲੋਂ ਬਾਦਲ ਸਾਹਿਬ ਦੇ ਅੰਤਮ ਦਰਸ਼ਨ ਕਰਨ ਆਉਣਾ, ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੇ ਵਿੱਚ ਇਕਲੌਤੇ ਪ੍ਰਾਈਮ ਮਿਨਿਸਟਰ ਹੋਣਗੇ ਜਿਨ੍ਹਾਂ ਨੇ ਕਿਸੇ ਮਰਨ ਉਪਰੰਤ ਕਿਸੇ ਲੀਡਰ ਨੂੰ ਐਡਾ ਵੱਡਾ ਡੈਡੀਕੇਟਡ ਆਰਟੀਕਲ ਲਿਖਿਆ ਹੈਗਾ। ਡਾਕਟਰ ਮਨਮੋਹਨ ਸਿੰਘ ਲਿਖਦੇ ਰਹੇ ਨੇ ਬਤੌਰ ਪ੍ਰਾਈਮ ਮਿਨਿਸਟਰ, ਲੇਕਿਨ ਉਹ ਦੇਸ਼ ਦੀ ਇਕਨੋਮਿਕ ਪੋਲਿਸੀ ਤੇ ਵਰਲਡ ਪੋਲਿਸੀ ਦੇ ਫੋਰਨ ਪੋਲਿਸੀ ਤੇ ਲਿਖਦੇ ਰਹੇ ਨੇ। ਲੇਕਿਨ ਪਰਟੀਕੂਲਰ ਕਿਸੇ ਇੱਕ ਲੀਡਰ ਬਾਰੇ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕਰਨਾ, ਸ਼ਰਧਾ ਦੇ ਫੁੱਲ ਭੇਟ ਕਰਨੇ, ਇਹ ਮੈਨੂੰ ਲੱਗਦਾ ਕਿ ਪਹਿਲੀ ਦਫਾ ਹੋਊਗਾ ਹਿੰਦੁਸਤਾਨ ਦੇ ਵਿੱਚ ਕਿ ਇੱਕ ਪ੍ਰਾਈਮ ਮਿਨਿਸਟਰ। ਬਾਦਲ ਸਾਹਿਬ ਤੋਂ ਪਹਿਲਾਂ ਬਹੁਤ ਵੱਡੇ ਲੀਡਰ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਗਏ ਨੇ, ਲੇਕਿਨ ਤੁਸੀਂ ਜਿੰਨੇ ਵੀ ਪ੍ਰਾਈਮ ਮਿਨਿਸਟਰ ਹੁਣ ਤੱਕ ਦੇਖ ਲਓ ਕਿਸੇ ਨੇ ਲਿਖਿਆ। ਲੇਕਿਨ ਜਿਵੇਂ ਉਹਨਾਂ ਨੇ ਆਪਣੇ ਨਰਿੰਦਰ ਮੋਦੀ ਸਾਹਿਬ ਨੇ ਦਿਲ ਦੀਆਂ ਗੱਲਾਂ ਤੇ ਜਜ਼ਬਾਤ ਤੇ ਆਪਣੇ ਨਿੱਜੀ ਤਜਰਬੇ ਉਹ ਸਾਂਝੇ ਕੀਤੇ ਨੇ, ਤੇ ਲੱਗਦਾ ਕਿ ਹੌਲੀ ਹੌਲੀ ਇਹ ਜਿਹੜਾ ਪਿਆਰ ਵੱਧ ਰਿਹਾ ਹੈਗਾ ਦੋਨਾਂ ਪਾਰਟੀਆਂ ਦੇ ਵਿੱਚ। ਔਰ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਤਾ ਕਿ ਬੀਜੇਪੀ ਨੂੰ ਆਉਣਾ ਪੈਣਾ। ਬੀਜੇਪੀ ਨੂੰ ਪਤਾ ਕਿ ਸਾਡੇ ਕੋਲ 23 ਬੰਦੇ ਤਾਂ ਅਸੀਂ ਲੱਭ ਲਾਂਗੇ, ਅਸੀਂ 94 ਕਿੱਥੋਂ ਲੈ ਕੇ ਆਵਾਂਗੇ? ਜਿਹੜੇ ਕਾਂਗਰਸ ਵਾਲੇ ਵੀ ਗਏ ਨੇ ਉਹ ਵੀ 94 ਪੁਨੀ ਹੈਗੇ। ਤੇ ਇਸ ਕਰਕੇ ਉਹਨੂੰ ਲੱਗਦਾ ਪੂਰਾ ਮਾਲਵਾ ਪਿਆ, ਤੁਸੀਂ ਉੱਥੋਂ ਅਬੋਹਰ ਤੋਂ ਲੈ ਕੇ ਤੇ ਡੇਰਾ ਬੱਸੀ ਤੱਕ ਬੀਜੇਪੀ ਨੂੰ ਬੰਦੇ ਨਹੀਂ ਲੱਭਣੇ ਹੈਗੇ। ਬੀਜੇਪੀ ਵੈਸੇ ਵੀ ਲੰਮੀ ਪਲੈਨਿੰਗ ਕਰਕੇ ਚੱਲਦੀ ਹੈ, ਉਹਨਾਂ ਦੀਆਂ ਸਰਗਰਮੀਆਂ ਤੋਂ ਨਜ਼ਰ ਆਉਂਦਾ ਹੈ, ਚਾਹੇ ਉਹ ਦੇਸ਼ ਪੱਧਰ ਤੇ ਹੋਵੇ ਚਾਹੇ ਪੰਜਾਬ 'ਚ। ਹੌਲੀ ਹੌਲੀ ਉਹਨਾਂ ਨੇ ਸਰਗਰਮੀਆਂ ਤਾਂ ਵਧਾਉਣੀਆਂ ਸ਼ੁਰੂ ਕੀਤੀਆਂ। ਇੱਕੋ ਸਭ ਤੋਂ ਵੱਡੀ ਗੱਲ ਸਰਗਰਮੀਆਂ ਵਧਾਉਣੀਆਂ ਪੈਣੀਆਂ, ਲੇਕਿਨ ਹੁਣ ਸਵਾਲ ਹੈ ਕਿ ਬੀਜੇਪੀ ਦੇ ਖਿਲਾਫ ਦੇਸ਼ ਦੇ ਵਿੱਚ ਇੱਕ ਲਹਿਰ ਚੱਲ ਪਈ ਆ ਗਿਆ। ਬੀਜੇਪੀ ਦੇ ਖਿਲਾਫ ਲੋਕਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਇੱਕ ਪਾਰਟੀ ਕੋਲ 10 ਸਾਲ ਰਹਿਣੇ, ਉਹ ਉਸ ਤੋਂ ਬਾਅਦ ਲੋਕਾਂ ਦਾ ਵਿਰੋਧ ਸ਼ੁਰੂ ਹੋ ਜਾਂਦਾ। ਇਮਾਨਦਾਰੀ ਪੱਖੋਂ ਡਾਕਟਰ ਮਨਮੋਹਨ ਸਿੰਘ ਬੜੇ ਪੋਲੀਟੀਕਲ ਤੌਰ ਤੇ ਵੀ ਇਮਾਨਦਾਰ ਸੀ, ਵੈਸੇ ਵੀ ਇਮਾਨਦਾਰ ਸਨ। ਫਿਰ ਵੀ ਲੋਕਾਂ ਨੇ 10 ਸਾਲ ਬਾਅਦ ਉਹਨਾਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ। ਬੀਜੇਪੀ ਦਾ ਵੀ ਦੇਸ਼ ਵਿਆਪੀ ਹਾਲਾਤ ਬਹੁਤ ਮਾੜੇ ਹੋਏ ਪਏ ਨੇ। ਆਪਣੇ ਰਾਜਸਥਾਨ 'ਚ ਉਹਨਾਂ ਦੀ ਵਸੁੰਧਰਾ ਰਾਜੇ ਪੰਗਾ ਪਾ ਕੇ ਬੈਠੀ ਆ। ਕਰਨਾਟਕਾ 'ਚ ਮੰਨਿਆ ਜਾ ਰਿਹਾ ਕਿ ਬੀਜੇਪੀ ਹਾਰ ਰਹੀ ਹੈਗਾ। ਖਿਡਾਰੀਆਂ ਦਾ ਅੰਦੋਲਨ, ਕਿਸਾਨਾਂ ਦਾ ਅੰਦੋਲਨ, ਬੇਰੁਜ਼ਗਾਰਾਂ ਦੀ ਸਮੱਸਿਆ, ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਹੁਣ ਮੋਦੀ ਸਾਹਿਬ ਨੂੰ ਲੱਗਦਾ ਜਾਂ ਬੀਜੇਪੀ ਨੂੰ ਲੱਗਦਾ ਹੈਗਾ ਕਿ ਜੇ ਹੁਣ ਤੀਜੀ ਵਾਰ ਅਸੀਂ ਸਰਕਾਰ ਬਣਾਉਣੀ ਆ ਤੇ ਸਾਨੂੰ ਜਿਹੜੇ ਫਿਰ ਛੋਟੇ ਛੋਟੇ ਜਿਹੜੇ ਦਲ ਨੇ ਜਿਨ੍ਹਾਂ ਨੂੰ NDA ਕਿਹਾ ਜਾਂਦਾ ਉਹ ਇਕੱਠੇ ਕਰਨੇ ਪੈਣਗੇ। ਸ਼ਿਵ ਸੈਨਾ ਵੱਖਰੀ ਨਾਰਾਜ਼ ਹੋ ਕੇ ਬੈਠੀ ਆ, ਲੱਗਦਾ ਉਹ ਸ਼ਿਵ ਸੈਨਾ ਵਾਲਿਆਂ ਨੂੰ ਫਿਰ ਉੱਥੇ ਚੀਫ ਮਿਨਿਸਟਰੀ ਦੇਣੀ ਪਊਗੀ। ਜਿਹੜਾ ਇਹਨਾਂ ਨੇ ਏਕਨਾਥ ਸ਼ਿੰਦੇ ਹਟਾਉਣਾ ਪਊਗਾ, ਕਿਉਂਕਿ ਉਹ ਸ਼ਿਵ ਸੈਨਾ ਜਿਹੜਾ ਬਾਲ ਠਾਕਰੇ ਉਹ ਫਿਰ ਹਾਵੀ ਹੋ ਰਿਹਾ। ਨੈਸ਼ਨਲ ਕਾਨਫਰੰਸ ਆ, PDP ਆ, ਨਤੀਸ਼ ਨਾਰਾਜ਼ ਆ, ਸ਼ਰਦ ਯਾਦਵ ਨਾਰਾਜ਼ ਆ,
ਬਹੁਤ ਸਾਰੇ ਬੀਜੇਪੀ ਨੂੰ ਵੀ ਤਾਂ ਹੁਣ ਚਾਹੀਦੇ ਨਾ ਬੰਦੇ, ਤੇ ਉਹ ਹੁਣ ਬੀਜੇਪੀ ਦਾ ਘਟ ਰਿਹਾ ਗਾ, ਸੁਵਿਧਾ ਘਟ ਰਿਹਾ ਗਾ, ਤੇ ਇਸ ਕਰਕੇ ਇਹ ਬੀਜੇਪੀ ਹੌਲੀ ਹੌਲੀ ਅੱਗੇ ਵੱਧ ਰਹੀ ਹੈਗੀ ਆ। ਜਿਹੜੇ ਮਿਨੋਰਟੀ ਵਾਲੇ ਦਲ ਨੇ ਜਾਂ ਛੋਟੇ ਦਲ ਨੇ, ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ 96 'ਚ ਇਕੱਠੇ ਕੀਤੇ ਸੀ, 96 ਦੇ ਕਾਰਨ ਹੀ ਵਾਜਪਾਈ ਦੀ ਸਰਕਾਰ ਬਣੀ ਸੀ। ਉਦੋਂ ਇਹ ਸਭ ਤੋਂ ਵੱਧ ਇਹਨਾਂ ਕੋਲ 140 ਸੀਟਾਂ ਸੀ, ਇਸ ਦੇ ਬਾਅਦ ਸਰਕਾਰ ਨਹੀਂ ਸੀ ਬਣਦੀ। ਫਿਰ ਬਾਦਲ ਸਾਹਿਬ ਨੇ NDA ਦੀ ਭੂਮਿਕਾ ਨਿਭਾਈ, ਆਪ ਗਏ, ਚੌਟਾਲਿਆਂ ਨੂੰ ਲੈ ਕੇ ਗਏ ਹੈਗੇ, ਸ਼ਿਵ ਸੈਨਾ ਵਾਲੇ ਆ ਗਏ, ਨਤੀਸ਼ ਆ ਗਏ, ਜਾਦਵ ਆ ਗਏ, ਇਕੱਠੇ ਹੋ ਕੇ ਸਰਕਾਰ ਬਣੀ ਸੀ। ਪਾਸਵਾਨ ਆ ਗਿਆ, ਕਿਉਂਕਿ ਬਾਦਲ ਸਾਹਿਬ ਦਾ ਕਿਹਾ ਕੋਈ ਵੀ ਨਹੀਂ ਮੋੜਦਾ। ਔਰ ਬਾਦਲ ਸਾਹਿਬ ਦੇ ਜਿਸ ਦਿਨ ਪੂਰੇ ਹੋਏ ਨੇ, RSS ਦੇ ਚੀਫ ਵੱਲੋਂ 2 ਜਾਣਿਆਂ ਵੱਲੋਂ ਇੱਕ ਸਪੈਸ਼ਲ ਉਹਨਾਂ ਨੇ ਮੈਸੇਜ ਪਾਇਆ ਗਾ, ਦੁੱਖ ਸਾਂਝਾ ਕੀਤਾ ਹੈਗਾ। ਮੋਹਨ ਭਾਗਵਤ ਤੋਂ ਇਲਾਵਾ ਬਾਕੀਆਂ ਨੇ ਵੀ ਕੀਤਾ ਹੈਗਾ ਕਿ RSS ਨੂੰ ਵੀ ਪਤਾ ਲੱਗ ਗਿਆ ਹੋਊਗਾ ਕਿ ਜੇ ਪੰਜਾਬ ਦੇ ਵਿੱਚ ਹੋ ਸਕਦਾ ਕਿ ਪੰਜਾਬ ਦੀਆਂ ਉਹਨਾਂ ਵਾਸਤੇ 3 ਸੀਟਾਂ ਇੰਪੋਰਟੈਂਟ ਹੋਣ, ਲੇਕਿਨ ਅਕਾਲੀ ਦਲ ਅਗਰ ਨਾਲ ਆਉਂਦਾ ਹੈਗਾ ਤਾਂ ਫਿਰ ਜਿਹੜੇ ਬਾਕੀ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਬੀਜੇਪੀ ਨੂੰ ਮਜ਼ਬੂਤ ਕਰ ਸਕਦੀਆਂ। ਇੱਕ ਹਵਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਉਂਕਿ ਇਸ ਟਾਈਮ ਜਿਹੜੀ ਹਵਾ ਖਰਾਬ ਆ, ਕਿਉਂਕਿ ਨਿੱਕੀਆਂ ਨਿੱਕੀਆਂ ਗੱਲਾਂ, ਉਹਦੀ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨੀ, ਉਹ ਵੀ ਇੱਕ ਵੱਡਾ ਸਵਾਲ ਹੈਗਾ। ਕਰਨਾਟਕਾ ਦੀ ਘਟਨਾ, ਗੁਜਰਾਤ 'ਚ ਪਰਤਾ ਦਰਜ, ਹੁਣ ਗੁਜਰਾਤ ਦੀ ਅਦਾਲਤ ਦਾ ਫੈਸਲਾ ਹਰ ਇੱਕ ਨੂੰ ਪ੍ਰਵਾਨ ਕਰਨਾ ਪੈਣਾ, ਰਾਤੋਂ ਰਾਤ ਇਲੈਕਸ਼ਨ ਕਮਿਸ਼ਨ ਨੇ ਕਰਨਾ ਹੀ, ਪਾਰਲੀਮੈਂਟ ਨੇ ਕੀਤਾ ਹੈਗਾ। ਉਹ ਇੱਕ ਹਵਾ ਲੋਕਾਂ ਕਿ ਇਹ ਤਾਂ ਬਹੁਤ ਜ਼ਿਆਦਾ ਧੱਕਾ ਹੋ ਰਿਹਾ। ਦਿੱਲੀ ਦੇ ਵਿੱਚ ਪੰਗੇ ਨੇ, ਕੇਜਰੀਵਾਲ ਨੂੰ ਤਲਬ ਕਰਨਾ, ਉਹ ਇੱਕ ਆਪਣੇ ਆਪ 'ਚ ਇਸ਼ੂ ਆ। ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ, ਜਿਹੜੀਆਂ ਵੀ ਨੌਨ ਬੀਜੇਪੀ ਗੌਰਮੈਂਟ, ਉੱਥੇ ਸਟੇਟ ਗੌਰਮੈਂਟ, ਸਟੇਟਾਂ 'ਚ ਤਾਂ ਤੁਹਾਨੂੰ MLA MP ਚਾਹੀਦੇ ਨੇ। ਉਹ ਸਾਰੇ ਜਿਹੜੇ ਵੱਡੇ ਸਵਾਲ ਹੈ ਹਰਿਆਣੇ ਦੇ ਵਿੱਚ ਬਣਦਾ ਜਾ ਰਿਹਾ, ਕਿਉਂਕਿ ਜਾਟ ਅੰਦੋਲਨ, ਉਹ ਜਿੰਨੇ ਹਰਿਆਣੇ ਦੇ ਖਿਡਾਰੀ ਨੇ ਇਸ ਟਾਈਮ ਜੰਤਰ ਮੰਤਰ ਇਕੱਠੇ ਹੋਏ ਨੇ, ਉਹ ਸਾਰੇ ਜਾਟ ਨੇ। ਤੇ ਜਾਟ 13 ਜ਼ਿਲ੍ਹਿਆਂ ਦੇ ਵਿੱਚ ਆਈ, ਹਰਿਆਣੇ ਤੋਂ ਲੈ ਕੇ UP ਮੇਰਠ ਤੱਕ ਚੌਧਰੀ ਜਾਟ, ਉਹਨਾਂ ਦਾ ਦਬਦਬਾ ਹੈਗਾ। ਸਿਆਸਤ 'ਚ ਵੀ ਆ, ਖੇਡਾਂ ਦੇ ਵਿੱਚ ਵੀ ਆ, ਬਾਲੀਵੁੱਡ ਦੇ ਵਿੱਚ ਆ। ਉਹ ਇੱਕ ਨਵੀਂ ਹਵਾ ਬਣਦੀ ਜਾ ਰਹੀ ਹੈ। ਉਹਨਾਂ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਜੇਪੀ ਹੌਲੀ ਹੌਲੀ ਲੱਗੀ ਹੈਗੀ ਆ। ਔਰ ਹੋ ਸਕਦਾ ਕਿ ਜਲੰਧਰ ਇਲੈਕਸ਼ਨ ਤੋਂ ਬਾਅਦ ਲਾਜ਼ਮੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦਾ ਸਮਝੌਤਾ ਹੋ ਸਕਦਾ ਹੈਗਾ। ਰਸਮੀ ਤੌਰ ਤੇ ਐਲਾਨ ਭਾਵੇਂ ਕਦੋਂ ਵੀ ਹੋ ਜੇ, ਲੇਕਿਨ ਦਿਲ ਮਿਲਣੇ ਸ਼ੁਰੂ ਹੋ ਚੁੱਕੇ ਹੈਗੇ ਨੇ। ਔਰ ਅਕਾਲੀ ਦਲ ਨੂੰ ਤੇ ਉਹਨਾਂ ਨੇ ਤੇ 23 ਸੀਟਾਂ ਤੇ ਉਹਨੂੰ ਬਸਪਾ ਨੂੰ ਦੇ ਦਿੱਤੀਆਂ। ਬੀਜੇਪੀ ਹੋ ਸਕਦਾ ਕਿ ਕਹੇ ਕਿ ਅਸੀਂ 23 ਤੇ ਸਾਡਾ ਕਿ ਢਿੱਡ ਨਹੀਂ ਭਰਨਾ ਹੈਗਾ, ਅਸੀਂ 40 ਤੇ ਲੜਾਂਗੇ, 30 ਤੇ ਲੜਾਂਗੇ, 50 ਤੇ ਲੜਾਂਗੇ। 50 ਮੰਗੋਗੇ ਤੇ ਸੁਖਬੀਰ ਹੋਣੀ 40 ਦਿੰਦੇ ਕਿ ਨਹੀਂ ਦਿੰਦੇ, 40 ਮੰਗਦੇ ਸੁਖਬੀਰ ਹੋਣੀ ਤੁਹਾਨੂੰ 30 ਦਿੰਦੇ ਕਿ ਨਹੀਂ ਦਿੰਦੇ ਹੈਗੇ। ਫਿਰ ਜੇ ਬਸਪਾ ਇਸ ਗੱਠਜੋੜ ਚੋਂ ਬਾਹਰ ਹੋ ਜਾਊਗੀ, ਕਿਉਂਕਿ ਬਸਪਾ ਵੀ ਹੁਣ ਪੰਜਾਬ ਦੇ ਵਿੱਚ ਉਹਨਾਂ ਦੇਖ ਲਿਆ ਹੈਗਾ, ਅਕਾਲੀ ਦਲ ਨੇ ਵੀ ਦੇਖ ਲਿਆ, ਉਹਨਾਂ ਵੀ ਦੇਖ ਲਿਆ ਹੈਗਾ। ਤੇ ਇਸ ਕਰਕੇ ਲੱਗਦਾ ਕਿ ਇਹ ਜਿਹੜਾ ਮੰਨਿਆ ਜਾ ਰਿਹਾ ਕਿ 24 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਮਝੌਤਾ ਉਹ ਲਾਜ਼ਮੀ ਹੋਊਗਾ। ਪਹਿਲਾਂ ਲੋਕ ਕਹਿੰਦੇ ਸੀ ਕਿ ਬੀਜੇਪੀ ਪ੍ਰਕਾਸ਼ ਸਿੰਘ ਬਾਦਲ ਤੱਕ ਹੀ ਆ, ਲੇਕਿਨ ਨਹੀਂ, ਇਹ ਬਾਦਲ ਤੱਕ ਨਹੀਂ ਹੈਗਾ। ਇਹ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਰਹੂਗਾ, ਬੀਜੇਪੀ ਦਾ ਸਮਝੌਤਾ ਉਦੋਂ ਤੱਕ ਹੀ ਰਹੂਗਾ। ਸਿਆਸਤ ਦੇ ਵਿੱਚ ਜਿਹੜੀਆਂ ਸੰਭਾਵਨਾਵਾਂ ਨੇ ਉਹ ਕਦੀ ਵੀ ਨਜ਼ਰਅੰਦਾਜ਼ ਨਹੀਂ ਹੁੰਦੀਆਂ, ਉਹ ਬਣੀਆਂ ਹੀ ਰਹਿੰਦੀਆਂ ਨੇ। ਜਿੱਥੋਂ ਤੱਕ ਇਹ ਸਮਝੌਤੇ ਦੀ ਗੱਲ ਹੈ, ਕਦੋਂ ਹੁੰਦਾ ਨਹੀਂ ਹੁੰਦਾ, ਰਸਮੀ ਐਲਾਨ ਹੁੰਦਾ ਇੱਕ ਪਾਸੇ, ਪਰ ਜਲੰਧਰ ਚੋਣ ਦੀ ਜੇਕਰ ਗੱਲ ਕਰੀਏ, ਹਾਲੇ ਤੱਕ ਵੀ ਛੜੱਪੇ ਜਾਰੀ ਨੇ, ਕੌਣ ਕਿੱਧਰ ਨੂੰ ਜਾ ਰਿਹਾ। ਰਾਣਾ ਗੁਰਜੀਤ ਦੇ ਭਤੀਜੇ ਦੀ ਗੱਲ ਚੱਲੀ ਕਿ ਉਸਨੇ ਹੁਣ ਕਰਵਟ ਲਈ ਹੈ। ਇਸ ਤੋਂ ਪਹਿਲਾਂ ਕਈ ਜਣੇ ਇੱਧਰ ਉੱਧਰ ਜਾ ਕੇ, ਇੱਕ ਤਾਂ ਆਗੂ ਐਸਾ ਸੀ ਆਮ ਆਦਮੀ ਪਾਰਟੀ 'ਚ 4 ਦਿਨ ਰਹਿ ਕੇ 5ਵੇਂ ਦਿਨ ਫਿਰ ਕਾਂਗਰਸ 'ਚ ਆ ਗਿਆ। ਤਾਂ ਇਹ ਸਾਰੀਆਂ ਗੱਲਾਂ ਕੀ ਸੰਕੇਤ ਦਿੰਦੀਆਂ ਨੇ, ਔਰ ਜਿਹੜੀਆਂ ਹੁਣ ਤੱਕ ਸਿਆਸੀ ਸਰਗਰਮੀਆਂ ਹੋਈਆਂ, ਹੁਣ ਕਿਸ ਦਾ ਅੱਜ ਦੀ ਘੜੀ 'ਚ ਪਲੜਾ ਭਾਰੀ ਹੁੰਦਾ ਜਾ ਰਿਹਾ। ਦੇਖੋ ਸੰਦੀਪ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਖੱਟਿਆ ਜਾਣਾ ਹੈਗਾ ਨਾ, ਉਹ ਆਮ ਆਦਮੀ ਪਾਰਟੀ ਨੂੰ ਹੁੰਦਾ ਵੀ ਸਾਡਾ ਨੁਕਸਾਨ ਹੋ ਜੇ, ਅਸੀਂ ਵੀ ਖੱਟ ਲਈਏ। ਕਿਉਂਕਿ ਜੇ ਹਾਰ ਜਾਂਦੀ ਸਰਕਾਰ ਤੇ ਬੜੀ ਵੱਡੀ ਬੇਇੱਜ਼ਤੀ ਹੋਣੀ ਹੈ ਕਿ ਸੰਗਰੂਰ ਤੋਂ ਬਾਅਦ ਤੁਹਾਡੇ ਜਲੰਧਰ ਵੀ ਨਹੀਂ ਪੈਰ ਲੱਗੇ। ਅਕਾਲੀ ਦਲ ਨੂੰ ਇਹ ਹੈਗਾ ਕਿ ਜੇ ਅਸੀਂ 1 ਨੰਬਰ ਤੇ ਨਹੀਂ ਆਉਂਦੇ ਤੇ 2 ਤੇ ਆ ਹੀ ਜਾਵਾਂਗੇ, ਕਿਉਂਕਿ 2 ਨੰਬਰ ਤੋਂ ਆ ਕੇ ਤੁਸੀਂ 1 ਨੰਬਰ ਤੁਹਾਡਾ ਹਾਸਲ ਕਰਨਾ ਸੌਖਾ ਹੁੰਦਾ। ਤੁਸੀਂ 4 ਤੋਂ 1 ਤੇ ਆਉਣਾ ਬਹੁਤ ਔਖਾ, 3 ਤੋਂ 1 ਆਉਣਾ ਬਹੁਤ ਔਖਾ। ਅਕਾਲੀ ਦਲ ਤੇ ਉੱਥੇ 2 ਤੇ ਵੀ 2 ਤੇ ਅਸੀਂ ਆ ਜਾਈਏ ਤੇ ਵੱਡੀ ਗੱਲ ਹੋਊਗੀ। ਬੀਜੇਪੀ ਨੂੰ ਹੈ ਕਿ ਸਾਡੀ ਜ਼ਮਾਨਤ ਹੀ ਬਚ ਜੇ, ਕਿਉਂਕਿ ਬੀਜੇਪੀ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ। ਪਹਿਲੀ ਤਾਂ ਗੱਲ ਹੈ ਕਿ ਉਹਨਾਂ ਨੇ ਇੱਕ ਬੰਦਾ ਬਾਹਰੋਂ ਲਿਆਂਦਾ ਹੈਗਾ, ਹਾਲਾਂਕਿ ਸਰਕਾਰ ਨੇ ਵੀ ਲਿਆਂਦਾ, ਲੇਕਿਨ ਸਰਕਾਰ ਤੇ ਲੋਕਾਂ ਨੂੰ ਬੜੇ ਮੂੰਹ ਮੁਲਾਜ਼ੇ ਬੜੇ ਹੁੰਦੇ ਨੇ। 4 ਸਾਲ ਦੀ ਸਰਕਾਰ ਪਈ ਹੈਗੀ ਆ, ਤੇ ਇਸ ਕਰਕੇ ਕਾਂਗਰਸ ਨੂੰ ਇਹ ਲੱਗਦਾ ਹੈਗਾ ਕਿ ਅਸੀਂ ਜਿਹੜੀ ਆਹ ਵਾਲੀ ਅਗਰ ਜਿੱਤ ਗਏ ਸੀਟ ਤੇ ਲਾਜ਼ਮੀ ਤੌਰ ਤੇ ਸਾਡੀਆਂ 24 ਦੇ ਵਿੱਚ ਅਸੀਂ ਹੋਰ ਸੀਟਾਂ ਲੈ ਕੇ ਜਾ ਸਕਦੇ ਹੈਗੇ ਨੇ। ਹੁਣ ਜਿਹੜੇ ਇਸ ਟਾਈਮ ਲੋਕ ਬਦਲ ਰਹੇ ਨੇ, ਇੱਕ ਪਾਰਟੀ ਛੱਡ ਕੇ ਦੂਜੀ ਜਾ ਰਹੇ। ਸੁਸ਼ੀਲ ਰਿੰਕੂ ਕਾਂਗਰਸ ਦਾ ਬੰਦਾ ਸੀ,
ਆਪ 'ਚ ਆ ਗਿਆ, ਕੈਂਡੀਡੇਟ ਬਣ ਗਿਆ। ਸੁਰਿੰਦਰ ਚੌਧਰੀ ਉਹ ਲੋਕੀ ਟਿਚਰਾਂ ਕਰਦੇ ਨੇ, ਖਾਦੀ ਪੀਤੀ 'ਚ ਆਮ ਆਦਮੀ ਪਾਰਟੀ 'ਚ ਚਲ ਗਿਆ, ਖਾਦੀ ਪੀਤੀ 'ਚ ਕਾਂਗਰਸ 'ਚ ਦੁਬਾਰਾ ਵਾਪਸ ਚਲ ਗਿਆ ਨਾ। ਉਹ ਤੁਹਾਡੇ ਕਿਰਦਾਰ ਡਿਸਾਈਡ ਹੁੰਦੇ ਨੇ ਕਿ ਤੁਹਾਡੇ ਤੁਸੀਂ ਕਿੰਨੇ ਕੀ ਕਿਰਦਾਰ ਦੇ ਮਾਲਕ ਹੋ। ਹੁਣ ਰਾਣਾ ਗੁਰਜੀਤ ਦਾ ਮਸਲਾ ਆ ਗਿਆ ਕਿ ਉਹ ਸਾਰੇ ਇਸ ਚੋਣ ਦੇ ਇੰਚਾਰਜ ਨੇ, ਉਹਨਾਂ ਦਾ ਭਤੀਜਾ ਸਰਕਾਰ 'ਚ ਸ਼ਾਮਲ ਹੋ ਗਿਆ। ਪਰ ਸਵਾਲ ਹੈ ਕਿ ਰਾਣਾ ਗੁਰਜੀਤ ਤੋਂ ਇਲਾਵਾ ਪਰਿਵਾਰ ਦੇ ਵਿੱਚ ਕੋਈ ਵੀ ਬੰਦਾ ਹੈਗਾ ਨਾ ਜੀ, ਰਾਣਾ ਹੀ ਆ। ਰਾਣੇ ਦਾ ਟੱਬਰ ਜਿੱਥੇ ਮਰਜ਼ੀ ਚੱਲ ਜੇ, ਰਾਣੇ ਨੂੰ ਹਰਾਉਣਾ ਬੜਾ ਔਖਾ ਹੈਗਾ ਜੀ। ਇਸ ਸਵਾਲ 'ਚ ਉਹਦੇ ਭਤੀਜੇ ਦੀ ਸਿਆਸਤ ਦੇ ਵਿੱਚ ਕੋਈ ਇੰਨੀ ਜ਼ਿਆਦਾ ਪਕੜ ਨਹੀਂ ਸੀ। ਨਾ ਉਹ ਕਦੀ ਪਿੰਡ ਦੇ ਸਰਪੰਚ, ਨਾ ਬਲਾਕ ਸੰਮਤੀ, ਨਾ MLA, ਨਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ। ਰਾਣਾ ਗੁਰਜੀਤ ਨੇ ਤਾਂ ਮਿਨਿਸਟਰ ਵੀ ਰਹੇ, ਪਾਰਟੀ ਦੇ ਵਿੱਚ ਬੜੇ ਵੱਡੇ ਅਹੁਦੇ ਵੀ ਰਹੇ, ਕਦੇ ਐਡਜਸਟ ਵੀ ਨਹੀਂ ਕਰਾਇਆ। ਉਹਨਾਂ ਤੇ ਆਪਣੇ ਮੁੰਡੇ ਨੂੰ ਨਹੀਂ ਕਦੀ ਕਰਾਇਆ, ਭਤੀਜਿਆਂ ਨੂੰ ਕਿੱਥੋਂ ਕਰਾਉਣਾ ਹੈ। ਆਹ ਤਾਂ ਜਿਹੜੀ 22 ਵਾਲੀ ਇਲੈਕਸ਼ਨ ਦੇ ਵਿੱਚ ਇਹ ਤਾਂ ਉਹ ਚੁਣੌਤੀ ਲੈ ਗਿਆ, ਚੈਲੰਜ ਲੈ ਗਿਆ, ਅਣਖ ਦਾ ਸਵਾਲ ਬਣਾ ਲਿਆ। ਅਣਖ ਨੂੰ ਜਦੋਂ ਉਹਨੂੰ ਚੈਲੰਜ ਕੀਤਾ ਹੈਗਾ, ਉਹਨੇ ਸੀਟ ਕੱਢ ਕੇ ਵੀ ਦਿਖਾਈ ਸੁਲਤਾਨਪੁਰ ਲੋਧੀ। ਕਈ ਉੱਥੇ ਬਹੁਤ ਅਕਾਲੀ ਦਲ ਵੀ ਹਾਰ ਗਿਆ, ਆਪ ਵੀ ਕਾਂਗਰਸ ਦਾ ਕੈਂਡੀਡੇਟ ਵੀ ਹਾਰ ਗਿਆ। ਹੁਣ ਭਤੀਜੇ ਦੀ ਕਿੰਨੀ ਕੀ ਸਿਆਸਤ ਦੇ ਵਿੱਚ ਵੈਲਿਊ ਹੋ ਗਿਆ। ਅਤੇ ਮੈਨੂੰ ਲੱਗਦਾ ਕਿ ਜਿੱਥੇ ਰਾਣਾ ਗੁਰਜੀਤ ਸਿੰਘ ਪੈਰ ਲਾ ਦਿੰਦਾ, ਉਹਦੇ ਪੈਰ ਅੰਗਦ ਵਰਗੇ ਨੇ, ਕਿਉਂਕਿ ਲੋਕਾਂ ਨੇ ਉਹਦੀਆਂ ਇਲੈਕਸ਼ਨਾਂ ਲੜੀਆਂ ਦੇਖੀਆਂ ਨੇ। ਕਪੂਰਥਲੇ ਪਹਿਲੀ ਵਾਰ MLA ਬਣੇ, ਜਲੰਧਰ ਤੋਂ ਲੋਕ ਸਭਾ ਬਣੇ, ਫਿਰ ਆਪਣੀ ਭਰਜਾਈ ਨੂੰ MLA ਬਣਾਇਆ, ਫਿਰ ਆਪਣੀ ਘਰਵਾਲੀ ਨੂੰ MLA ਬਣਾਇਆ। ਖਡੂਰ ਸਾਹਿਬ ਮਝੈਲਾਂ ਦੇ ਨਾਲ ਜਾ ਕੇ ਪੰਗਾ ਲੈ ਲਿਆ, ਉੱਥੋਂ ਜ਼ਰੂਰ ਹਾਰ ਗਏ ਸੀ। ਉੱਥੇ ਜਾਂਦਿਆਂ ਜਦੋਂ ਕੈਂਡੀਡੇਟ MLA ਬਣਾਉਣੇ ਸ਼ੁਰੂ ਕਰਦੇ ਤੇ ਮਾਝੇ ਵਾਲੇ ਫਿਰ ਕਰ ਦਿੰਦੇ ਬੰਦੇ ਨੂੰ, ਜਿਹੜਾ ਵਿੰਗਾ ਢੇਡਾ ਉਹਨੂੰ ਸਿੱਧਾ ਕਰ ਦਿੰਦੇ। ਉਹ ਖਡੂਰ ਸਾਹਿਬ ਹਾਰ ਗਏ। ਫਿਰ ਹੁਣ 2 ਇਲੈਕਸ਼ਨਾਂ ਜਿੱਤੀਆਂ, 17 ਵੀ ਜਿੱਤਣੀ, 22 'ਚ ਆਪ ਵੀ ਜਿੱਤਣੀ ਤੇ ਮੁੰਡੇ ਨੂੰ ਵੀ ਜਿਤਾਉਣੀ। ਤੇ ਜਦੋਂ ਐਡਾ ਵੱਡਾ ਬੰਦੇ ਦਾ ਇਸ ਪੱਖੋਂ ਕਰੈਕਟਰ ਹੋਵੇ, ਚੋਣ ਲੜਨ ਦਾ ਔਰ ਕੋਈ ਤਰੀਕਾ ਹੋਵੇ, ਢੰਗ ਤਰੀਕਾ ਹੋਵੇ, ਉਹਦਾ ਇੱਕ ਭਤੀਜਾ ਛੱਡੋ ਜੇ 2 ਵੀ ਚਲੇ ਜਾਣ, ਤੇ ਮੈਨੂੰ ਲੱਗਦਾ ਕਿ ਵੈਸੇ ਉਹਨਾਂ ਨੂੰ, ਆਮ ਆਦਮੀ ਪਾਰਟੀ ਨੂੰ, ਸਰਕਾਰ ਨੂੰ ਲੱਗੂ ਕਿ ਅਸੀਂ ਰਾਣੇ ਦਾ ਭਤੀਜਾ ਲਾ। ਪਿੱਛੇ ਰਾਣਾ ਲਿਖਿਆ, ਸਰਕਾਰ ਨੂੰ ਅਗਰ ਰਾਣਾ ਲਿਖਣ ਦੇ ਨਾਲ ਬੰਦਾ ਕੋਈ ਆ ਜਾਂਦਾ ਤੇ ਜੇ ਢਿੱਡ ਭਰਦਾ ਹੈਗਾ ਤੇ ਸਰਕਾਰ ਦਾ ਭਰਮ ਭੁਲੇਖਾ ਹੈਗਾ। ਤੇ ਇਸ ਮਸਲੇ 'ਚ ਬਹੁਤ ਸਾਰੇ ਵੱਜਣਗੇ। ਕੋਈ ਕਾਂਗਰਸ ਚਾਹੂਗਾ, ਕੋਈ ਅਕਾਲੀ ਦਲ ਚਾਹੂਗਾ, ਕੋਈ BJP 'ਚ ਜਾਊਗਾ, ਕੋਈ ਸਰਕਾਰ ਚਾਹੂਗਾ। ਇੱਥੇ ਆ ਕੇ ਕੋਈ ਫਰਕ ਨਹੀਂ ਪੈਂਦਾ। ਹਾਂ, ਫਰਕ ਤਾਂ ਪੈਣਾ ਸੀ ਜੇ ਇੰਦਰ ਪ੍ਰਤਾਪ ਸਿੰਘ ਰਾਣਾ ਸਰਕਾਰ 'ਚ ਸ਼ਾਮਲ ਹੁੰਦਾ, ਰਾਣਾ ਗੁਰਜੀਤ ਸਿੰਘ ਦਾ ਭਤੀਜਾ ਸ਼ਾਮਲ ਹੁੰਦਾ। ਹੋਇਆ ਜਾਂ ਨਾ ਹੋਇਆ ਉਹ ਇੱਕ ਬਰਾਬਰ, ਕਿਉਂਕਿ ਉਹਨਾਂ ਨੇ ਕਦੀ ਸੁਣਿਆ ਨਹੀਂ ਹੈਗਾ। ਇਹ ਤਾਂ ਇੱਕ ਆਪਣੇ ਆਪ ਨੂੰ ਹੁੰਦਾ ਨਾ, ਯਾਰ ਉਹ ਆਪਣੇ ਨਾਲ ਰਾਣਾ ਗੁਰਜੀਤ ਸਿੰਘ ਦਾ ਭਤੀਜਾ ਵੀ ਰਲ ਗਿਆ। ਇਹ ਦਿਲ ਨੂੰ ਥੋੜ੍ਹਾ ਜਿਹਾ ਦਿਲਾਸਾ ਦਿੰਦਾ। ਉਹ ਦਿਲਾਸਾ ਵੋਟਾਂ 'ਚ ਨਹੀਂ ਬਦਲਣਾ ਹੈਗਾ। ਲੇਕਿਨ ਫਿਰ ਵੀ ਜਿਹੜੀ ਸਰਕਾਰ ਆ ਉਹ ਹਵਾ ਬਣਾਉਣ 'ਤੇ ਲੱਗੀ ਹੋਈ ਆ, ਕਿਉਂਕਿ ਸਰਕਾਰ ਸ਼ਹਿਰੀ ਨੇ, ਵਪਾਰੀ ਨੇ। ਸ਼ਹਿਰ ਦੇ ਲੋਕ ਇੰਨੇ ਉਹ ਨਹੀਂ ਹੁੰਦੇ ਵੀ ਧੌਣ 'ਚ ਕਿੱਲਾ ਕੱਢਣ ਵਾਲੇ ਨਹੀਂ ਹੁੰਦੇ। ਮਾਝੇ ਵਾਲੇ ਤੇ ਸੰਗਰੂਰ ਵਾਲਿਆਂ ਨੂੰ ਪਤਾ ਹੁੰਦਾ ਕਿ ਧੌਣ 'ਚੋਂ ਕਿੱਲਾ ਕਿਵੇਂ ਕੱਢਣਾ ਹੈਗਾ। ਲੋਕਾਂ ਨੇ ਕੱਢਿਆ। ਦਬਾਬੇ ਵਾਲਿਆਂ ਨੇ ਕਾਂਗਰਸ ਦਾ ਧੌਣ 'ਚ ਕਿੱਲਾ ਨਹੀਂ ਕੱਢਿਆ ਹੈਗਾ। ਮਾਝੇ ਵਾਲਿਆਂ ਨੇ ਤੇ ਮਾਲਵੇ ਵਾਲਿਆਂ ਨੇ ਅਕਾਲੀਆਂ ਦਾ ਵੀ ਤੇ ਕਾਂਗਰਸ ਦੀਆਂ ਧੌਣ 'ਚੋਂ ਕਿੱਲਾ ਕੱਢਿਆ। ਜਿਹੜੇ ਆਹ ਵਾਲਾ ਦਬਾਬਾ ਏਰੀਆ, ਇਹ ਥੋੜ੍ਹਾ ਜਿਹਾ ਇੱਕ ਤਾਂ ਬਾਹਰ ਆ, ਇੱਕ ਇਹਨਾਂ ਦੇ ਜ਼ਿਆਦਾ ਉਹ ਨਹੀਂ ਹੈਗੇ, ਉਹ ਉਮੀਦਾਂ ਨਹੀਂ ਹੁੰਦੀਆਂ ਜ਼ਿਆਦਾ ਸਰਕਾਰ ਦਾ ਟੌਰ ਟੱਬਾ, ਥਾਣੇ ਕਚਹਿਰੀ ਜਾਈਏ। ਇਹਨਾਂ ਨੂੰ ਹੁੰਦਾ ਕਿ ਸਵੇਰੇ ਦੁਕਾਨਾਂ ਖੋਲ੍ਹਣੀਆਂ, ਸ਼ਾਮ ਨੂੰ ਘਰ ਆਉਣਾ, ਸਾਨੂੰ ਕੋਈ ਤੰਗ ਪਰੇਸ਼ਾਨ ਨਾ ਕਰੇ। ਉਹ ਜਿਹੜਾ ਸ਼ਹਿਰੀ ਤੇ ਵਪਾਰੀ ਤਬਕਾ ਉਹ ਉੱਥੋਂ ਤੱਕ ਸੀਮਿਤ ਹੈਗਾ। ਲੇਕਿਨ 4 ਹਲਕੇ ਨੇ, 4 ਹਲਕਿਆਂ 'ਚ BJP ਦੀ ਵੋਟ ਆ, ਕਾਂਗਰਸ ਦੀ। 5 ਜਿਹੜੇ ਪੇਂਡੂ ਹਲਕੇ ਨੇ। ਪਿੰਡਾਂ ਦੇ ਵਿੱਚ ਸਰਕਾਰ ਦੀ ਕੀ ਸਥਿਤੀ ਆ, ਪਿੰਡ ਵਾਲੇ ਖੁਸ਼ ਹੈ ਕਿ ਨਹੀਂ? ਜਿਹੜਾ ਪੇਂਡੂ ਸੀਟ ਆ ਉਹ ਸਭ ਤੋਂ ਵੱਡਾ ਸਵਾਲ ਆ। ਲੇਕਿਨ ਮੁਕਾਬਲਾ ਸਵਾਲ ਹੈ ਕਿ ਸਰਕਾਰ ਸੀਟ ਕੱਢਦੀ ਕਿ ਨਹੀਂ ਕੱਢਦੀ। ਬਾਕੀ ਹਾਰ ਜਾਣ, ਲੋਕੀ ਕਹਿਣਗੇ ਕੋਈ ਗੱਲ ਨਹੀਂ। ਜੇ ਸਰਕਾਰ ਹਾਰ ਗਈ ਫਿਰ ਨਹੀਂ ਲੋਕੀ ਕਹਿਣਗੇ ਕੋਈ ਗੱਲ ਨਹੀਂ। ਫਿਰ ਸਰਕਾਰ ਦੇ ਮਤਲਬ ਨਾ ਪਹਿਲਾਂ ਪੈਰ ਲੱਗੇ ਨੇ ਤੇ ਨਾ ਹੁਣ ਲੱਗੇ ਹੈਗੇ ਪੈਰ। ਇੱਕ ਹੋਰ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਉੱਤੇ ਅਸੀਂ ਚਰਚਾ ਭਾਵੇਂ ਕਰ ਚੁੱਕੇ ਹਾਂ। ਸੁਖਪਾਲ ਸਿੰਘ ਖਹਿਰਾ ਦੀ ਨਾਲ ਕੈਂਡੀਡੇਟ ਕਾਂਗਰਸ ਦੇ ਕਰਮਜੀਤ ਕੌਰ ਬੀਬਾ ਜੀ ਵੀ ਬੈਠੇ ਸੀ। ਉਹਨਾਂ ਨੇ ਸਰਕਾਰ ਨੂੰ ਕਈ ਮੁੱਦਿਆਂ ਦੇ ਉੱਤੇ ਘੇਰ ਲਿਆ ਤੇ ਨਾਲ ਆਪਣੀ FIR ਦੇ ਉੱਤੇ ਫਿਰ ਸਵਾਲ ਖੜੇ ਕਰ ਦਿੱਤੇ ਕਿ ਇੰਨਾ ਨਿਸ਼ਾਨਾ ਬਣਾਉਣ ਦੇ ਨਾਲ ਇਹ ਨਾ ਸਮਝੋ ਮੈਂ ਚੁੱਪ ਕਰ ਜੂੰ। ਉਹਨਾਂ ਨੇ ਫਿਰ ਉੱਥੇ ਜਾ ਕੇ ਜਲੰਧਰ ਦੇ ਲੋਕਾਂ ਨੂੰ ਅਪੀਲਾਂ ਦਲੀਲਾਂ ਦਿੱਤੀਆਂ ਆਪਣੀਆਂ। ਦੇਖੋ, ਸਰਕਾਰ ਦੇ ਪਤਾ ਨਹੀਂ ਸਲਾਹਕਾਰ ਕਿਹੜੇ ਨੇ। ਇੱਕ ਦੇਖੋ, ਚਰਨਜੀਤ ਸਿੰਘ ਚੰਨੀ ਦਾ ਬਤੌਰ ਦਲਿਤ ਹੋਣ ਦੇ ਨਾਤੇ ਦਬਾਬੇ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਇੱਕ ਰੁਤਬਾ ਵਾ, ਮਾਣ ਆ, ਸਤਿਕਾਰ ਕਰਦੇ ਨੇ। ਸਰਕਾਰ ਨੇ ਉੱਤੇ ਪਰਚਾ ਜਿਹੜਾ ਸੰਮਣੀ ਕੀਤੀ ਹੈਗੀ ਆ ਉਹ 13 ਮਈ ਤੋਂ ਬਾਅਦ ਵੀ ਹੋ ਸਕਦੀ। ਜੇ ਸਰਕਾਰ ਨੂੰ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਹੋਣਾ ਕੁਛ ਮਾੜਾ ਕੀਤਾ ਤਾਂ ਤੁਸੀਂ ਇਹ ਟਾਈਮ ਕੱਢ ਸਕਦੇ, ਇਹ ਵੇਲਾ ਟਪਾ ਸਕਦੇ ਸੀ। ਪਤਾ ਨਹੀਂ ਸਰਕਾਰ ਦੇ ਕਿਹੜੇ ਸਲਾਹਕਾਰ, ਸਾਰਾ ਜਿਹੜਾ ਦਬਾਬੇ ਦਾ ਦਲਿਤ ਵੋਟ, ਖਾਸ ਕਰਕੇ ਰਵਿਦਾਸੀਆ ਭਾਈਚਾਰਾ, ਜਿਨ੍ਹਾਂ ਦੀ ਸ਼ਰਧਾ ਡੇਰਾ ਸੱਚਾ ਬੱਲਾਂ ਵਾਲਿਆਂ 'ਤੇ, ਜਿਨ੍ਹਾਂ ਦੀ ਸ਼ਰਧਾ
ਚਰਨਜੀਤ ਚੰਨੀ ਤੇ ਤੁਸੀਂ ਉਹਨਾਂ ਨੂੰ ਖੱਜਲ ਖੁਆਰ ਕਰ ਰਹੇ ਹੋ। ਤਰੀਕ ਕੋਈ ਹੋਰ ਹੁੰਦੀ ਆ, ਛੁੱਟੀ ਦੇ ਦਿਨ ਵਾਲੇ ਬੁਲਾਉਂਦੇ, ਤੁਸੀਂ ਆਪਣੀਆਂ ਵੋਟਾਂ ਉੱਥੇ ਘਟਾ ਲਈਆਂ ਸੀ ਸਰਕਾਰ ਨੇ। ਉਹ ਵੀ ਪਰ ਸਮਨਿੰਗ ਦਾ ਟਾਈਮ ਗਲਤ ਸੀ। ਸੁਖਪਾਲ ਸਿੰਘ ਖਹਿਰਾ ਦਾ ਵੀ ਟਾਈਮਿੰਗ ਗਲਤ ਹੈਗਾ। ਜਾਂ ਤਾਂ ਤੁਸੀਂ ਪਰਚਾ ਉਦੋਂ ਹੀ ਕਰ ਦਿੰਦੇ 10 ਤਰੀਕ ਨੂੰ। ਜਿਹੜਾ ਕੱਲ ਕੀਤਾ ਇਹਦਾ ਮਤਲਬ ਤੁਹਾਡੇ ਪਿੱਛੇ ਪੋਲੀਟੀਕਲ ਮੋਟਿਵ ਹੈਗਾ, SDM ਦੇ ਉੱਪਰ ਦਬਾਅ ਹੈਗਾ। ਹੁਣ ਸੁਖਪਾਲ ਸਿੰਘ ਖਹਿਰਾ ਉਹ ਦਨਾਲੀ ਆ ਜਿਹੜਾ ਉਹ ਸੁਖਪਾਲ ਸਿੰਘ ਖਹਿਰਾ ਇਹ ਨਹੀਂ ਦੇਖਦਾ ਕਿ ਬੈਕਫਾਇਰ ਵੀ ਹੋ ਸਕਦਾ। ਉਹ ਤਾਂ ਕਹਿੰਦਾ ਕਿ ਜੇ ਅਗਲਾ ਵੀ ਜਾਵੇ ਤੇ ਮੇਰੀ ਕੋਈ ਗੱਲ ਨਹੀਂ ਨਾ। ਸੁਖਪਾਲ ਸਿੰਘ ਖਹਿਰਾ ਉਸ ਹਿਸਾਬ ਦੇ ਦਾ ਪੋਲੀਟੀਸ਼ੀਅਨ, ਆਪਣਾ ਨੁਕਸਾਨ ਤੇ ਦੇਖਦੇ ਨਹੀਂ। ਉਹ ਵੀ ਤਾਂ ਕਿਸੇ ਵੇਲੇ ਬੋਲਦੇ ਇਹ ਵੀ ਨਹੀਂ ਵੇਖਦੇ ਕਿ ਹਾਲਾਤ ਕਿਹੜਾ, ਸਮਾਂ ਕਿਹੜਾ ਹੈਗਾ। ਟਿੱਪਣੀਆਂ ਕਰਨੀਆਂ, ਟਵੀਟ ਕਰਨ ਦੇ ਚੱਕਰ 'ਚ ਉਹ ਟਾਈਮ ਨਹੀਂ, ਵੇਲਾ ਨਹੀਂ ਵੇਖਦੇ ਵੀ ਵੇਲਾ ਕਵੇਲਾ ਤਾਂ ਨਹੀਂ ਕਿਤੇ ਹੈਗਾ। ਤੇ ਇਸ ਚੱਕਰ 'ਚ ਉਹਨਾਂ ਦੇ ਜਿੱਥੇ ਉਹਨਾਂ ਨੇ ਸਰਕਾਰ ਦੇ ਖਿਲਾਫ ਬੋਲ, ਉੱਥੇ ਉਹ ਇੱਕ ਹੋਰ ਮੁੱਦਾ ਬਣ ਗਿਆ। ਤੇ ਇੰਨੀ ਕਿ ਲੋਕ ਜਿਹੜੇ ਪੜ੍ਹਿਆ ਲਿਖਿਆ ਲੋਕ ਹੁੰਦਾ ਇੰਨਾ ਕੀ ਸੂਝ-ਬੂਝ ਰੱਖਦੇ ਹੁੰਦੇ ਨੇ, ਆਮ ਲੋਕ ਵੀ ਰੱਖਦੇ ਹੁੰਦੇ ਵੀ SDM ਦੀ ਪਹਿਲਾਂ ਤੇ ਪੋਲੀਟੀਸ਼ੀਅਨ ਇਹਨਾਂ ਦੇ ਖੁਦ ਦੇ ਜਿਹੜੇ ਆਮ ਆਦਮੀ ਪਾਰਟੀ ਦੇ MLA ਨੇ, ਉਹਨਾਂ ਨੇ ਡਿਪਟੀ ਕਮਿਸ਼ਨਰਾਂ ਦੇ ਖਿਲਾਫ, SDM ਦੇ ਖਿਲਾਫ, DC ਦੇ ਖਿਲਾਫ, SSP ਦੇ ਖਿਲਾਫ ਸਾਰਿਆਂ ਨੇ ਸ਼ਿਕਾਇਤਾਂ ਕੀਤੀਆਂ ਸੀ ਸਪੀਕਰ ਸਾਹਿਬ ਨੂੰ, ਕੁਲਤਾਰ ਸਿੰਘ ਸੰਧਵਾ ਸਾਹਿਬ ਨੂੰ, ਕਿ ਸਾਨੂੰ ਉੱਥੇ ਬਣਦਾ ਸਤਿਕਾਰ ਨਹੀਂ ਦਿੱਤਾ ਜਾਂਦਾ। ਤੇ ਜੇ ਇੱਕ ਵਿਰੋਧੀ ਧਿਰ ਦਾ MLA ਉਹ SDM ਨੂੰ ਫੋਨ ਤੇ ਕਹਿ ਰਹੇ ਕਿ ਮੈਂ ਆਹ ਕੰਮ ਜੇ ਨਾ ਕੀਤੇ ਮੈਂ ਧਰਨਾ ਦੇਣਾ, ਕਿ ਇਹਦੇ 'ਚ ਗੁਨਾਹ ਕੀ ਹੋ ਗਿਆ? ਇਹਦੇ 'ਚ SDM ਨੂੰ ਕਿਹੜਾ ਧਮਕਾ ਦਿੱਤਾ ਗਿਆ? ਜਨਤਕ ਤੌਰ ਤੇ ਇੱਕ ਵੀਡੀਓ ਵਾਇਰਲ ਹੋਈ ਆ, ਕੋਈ ਅਫੈਂਸ ਬਣਦਾ ਨਹੀਂ ਹੈਗਾ। ਤੇ ਜੇ ਇਹ ਮਨਸ਼ਾ ਹੈਗੀ ਹੈ ਤੇ ਇਹਦਾ ਮਤਲਬ ਫਿਰ ਤੁਹਾਡੇ MLA ਵੀ ਗਲਤ ਆ ਗਏ ਨੇ, ਜਿਹੜੇ ਰੋਜ਼ ਹੀ SDM ਨੂੰ ਧਮਕਾਉਂਦੇ ਨੇ, ਸਾਨੂੰ ਕੁਰਸੀਆਂ ਨਹੀਂ ਮਿਲਦੀਆਂ, ਸਾਨੂੰ ਟਾਈਮ ਨਹੀਂ ਮਿਲਦਾ ਹੈਗਾ। ਫਿਰ ਕਿਉਂ ਰੋਂਦੇ? ਫਿਰ ਕਿਉਂ ਕਹਿੰਦੇ ਵੀ ਸਾਡੇ ਕਹਿਣ ਤੇ SDM ਲਾਇਆ ਜਾਵੇ, ਸਾਡੇ ਕਹਿਣ ਤੇ SSP ਲਾਇਆ ਜਾਵੇ? ਸਿਆਸਤ ਦੇ ਵਿੱਚ ਇਹ ਹੁੰਦਾ ਹੀ ਰਹਿੰਦਾ ਹੈਗਾ। ਇੱਕ ਨਵੀਂ ਪਿਰਤ ਪਈ ਆ, ਪੁਰਾਣੀ ਪਈ ਆ ਕਿ ਜੇ ਸਰਕਾਰ ਦੇ MLA ਆ ਤੇ ਠੀਕ ਹੈ, ਜੇ ਆਪੋਜੀਸ਼ਨ ਦੇ MLA ਤੇ ਉਹਨਾਂ ਨੂੰ ਨਜ਼ਰਅੰਦਾਜ਼ ਕਰੋ। ਪਰ ਆਹ ਜਿਹੜੇ ਦੋ ਜਿਹੜੀਆਂ ਟਾਈਮਿੰਗ ਆ, ਤੀਜੀ ਨਵਜੋਤ ਸਿੰਘ ਸਿੱਧੂ ਦੀ ਸਿਕਿਉਰਿਟੀ ਬਰਕਰਾਰ ਨਹੀਂ ਰੱਖਣੀ ਹੈਗੀ, ਉਹ ਵੀ ਸਰਕਾਰ ਦੇ ਖਿਲਾਫ ਜਾਊਗਾ। ਪਤਾ ਨਹੀਂ ਭਗਵੰਤ ਮਾਨ ਸਾਹਿਬ ਜ਼ਿਆਦਾ ਬੀਜੀ ਨੇ ਜਾਂ ਉਹਨਾਂ ਦੀ ਸਲਾਹ ਕਰਨ ਨੂੰ ਇੰਨੀ ਜ਼ਿਆਦਾ ਪੋਲੀਟੀਕਲ ਤੌਰ ਤੇ ਸਮਝ ਨਹੀਂ ਹੈਗੀ। ਉਸੇ ਚੱਕਰ ਦੇ ਵਿੱਚ ਸਰਕਾਰ ਆਪਣਾ ਨੁਕਸਾਨ ਵੀ ਕਰਾ ਸਕਦੀ ਹੈਗੀ। ਔਰ ਜਿੱਥੋਂ ਦਾ ਸਰਕਾਰ ਤੇ, ਕਿਉਂਕਿ ਚਾਰੇ ਪਾਸੇ ਘਿਰੀ ਨਾ ਸਰਕਾਰ, ਲੋਕ ਵੀ ਪਰੇਸ਼ਾਨ ਹੈ। ਲੋਕਾਂ ਦੀਆਂ ਉਮੀਦਾਂ ਬਹੁਤ ਜ਼ਿਆਦਾ ਜਿਤਾਤੀਆਂ ਸੀ, ਉਹ ਪੂਰੀਆਂ ਨਹੀਂ ਹੋ ਸਕਦੀਆਂ। ਅਕਾਲੀ ਦਲ ਹਮਲੇ ਵੱਖਰੇ ਕਰ ਰਿਹਾ, BJP ਵੱਖਰੇ ਕਰ ਰਹੀ ਆ, ਕਾਂਗਰਸ ਵੱਖਰੇ ਕਰ ਰਹੀ ਆ, ਇੰਡੀਵਿਜੂਅਲ ਵੱਖਰੇ ਹੋ ਰਹੇ। ਔਰ ਦੂਜਾ ਕੇਜਰੀਵਾਲ ਸਾਹਿਬ ਦੀ ਕੋਠੀ ਦਾ ਜਿਹੜਾ ਰੌਲਾ ਪੈ ਗਿਆ, ਉਸ ਤੋਂ ਵੱਖਰੇ ਹੋ ਰਹੇ ਨੇ। ਹੁਣ ਤੇ ਵੱਡੇ ਵੱਡੇ ਆਫੀਸਰ, ਪ੍ਰਕਾਸ਼ ਸਿੰਘ ਜਿਹੜੇ UP ਦੇ DGP ਰਹਿ ਚੁੱਕੇ ਆ, BSF 'ਚ ਵੀ ਰਹਿ ਚੁੱਕੇ, ਉਹਨਾਂ ਤੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਆਪਣਾ ਨਾਮ ਹੀ ਬਦਲੇ, ਆਮ ਆਦਮੀ ਪਾਰਟੀ ਨਾ ਰੱਖਣਾ, ਹਨਾ, ਖਾਸ ਪਾਰਟੀ ਨਾਮ ਰੱਖ ਲੈਣ। ਜਦੋਂ ਇਦਾਂ ਦੇ ਲੋਕ ਕਹਿਣ ਲੱਗ ਪੈਣ ਤੇ ਫਿਰ ਜਲੰਧਰ ਦੀ ਇਲੈਕਸ਼ਨ ਤੇ ਵੀ ਉਸੇ ਜਿਹੜਾ ਅਸਰ ਪੈਣਾ ਉਹ ਸੁਭਾਵਿਕ ਆ। ਇੱਕ ਹੋਰ ਬੜਾ ਜ਼ਰੂਰੀ ਮਸਲਾ ਆ, ਨੈਸ਼ਨਲ ਪੱਧਰ ਦੇ ਉੱਤੇ ਹਰੇਕ ਹਸਤੀ ਬੋਲੀ ਆ ਔਰ ਉਹਨਾਂ ਦੇ ਹੱਕ ਵਿੱਚ ਖੜੀ ਆ। ਉਹ ਜੰਤਰ ਮੰਤਰ ਮੈਦਾਨ 'ਚ ਲੱਗਿਆ ਧਰਨਾ ਮੁਜ਼ਾਹਰਾ ਪਹਿਲਵਾਨਾਂ ਦਾ, ਕਹਿੰਦੇ ਧੱਕਾ ਹੋ ਗਿਆ ਪਰ WFI ਦੇ ਚੀਫ ਖਿਲਾਫ FIR ਨਹੀਂ ਹੋਈ। ਅਸੀਂ ਤਰਲਾ ਮਿੰਨਤਾਂ ਬਹੁਤ ਕੁਛ ਕੀਤਾ, ਪਰ ਹੁਣ ਸੁਪਰੀਮ ਕੋਰਟ ਦੇ ਵਿੱਚ ਕੇਸ ਜਦੋਂ ਗਿਆ ਤੇ ਹੁਣ ਉਸ ਤੋਂ ਬਾਅਦ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ। FIR ਕਹਿੰਦੇ ਜਲਦ ਜਿਹੜੀ ਆ ਦਰਜ ਹੋ ਸਕਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸਿਆਸਤ ਨਾ ਅਸਲ 'ਚ ਬੜੀ ਬੇਸ਼ਰਮ ਹੋ ਗਈ ਆ। ਹੁਣ ਕੀ ਮਾੜੇ ਤੋਂ ਮਾੜਾ ਬੰਦਾ ਤੇ ਆ ਜਿਹੜੇ ਸਾਡੇ ਜਿਨ੍ਹਾਂ ਨੇ ਸੋਨੇ ਦੇ ਮੈਡਲ ਲਿਆਂਦੇ ਵਰਲਡ ਲੈਵਲ ਤੇ, ਇਹ ਸੁਪਰੀਮ ਕੋਰਟ ਜਾਇਆ ਕਰਨ ਤਾਂ ਹੀ ਹੋਊਗਾ। ਤੁਸੀਂ ਦੇਖੋ ਜਿਸ ਬੰਦੇ ਨੂੰ ਤੁਸੀਂ ਸਾਂਭ ਕੇ ਬੈਠੇ ਉਹਦੇ ਖਿਲਾਫ 3 ਦਰਜਨ ਤੋਂ ਵੱਧ ਕੇਸ ਰਜਿਸਟਰਡ ਨੇ ਤੇ BJP ਕੋਲ ਬੰਦਾ ਨਹੀਂ ਹੈਗਾ। ਕਿੱਥੇ ਗਈਆਂ ਨੇ ਸਮ੍ਰਿਤੀ ਇਰਾਨੀ ਵਗੈਰੀਆਂ? ਕਿੱਥੇ ਗਈ ਸਾਧਵੀ ਪ੍ਰਗਿਆ ਵਗੈਰਾ ਜਿਹੜੇ ਲੀਡਰ ਨੇ? ਕਿੱਥੇ ਗਏ ਲੀਡਰ? ਕਿੱਥੇ ਗਏ ਨੇ ਮਨਾਕਸ਼ੀ ਲੇਖੀ? ਕਿੱਥੇ ਗਏ ਨੇ? ਕਿੱਥੇ ਗਈਆਂ ਨੇ ਜਿਹੜੀਆਂ ਲੇਡੀਆਂ ਜਿਹੜੀਆਂ ਕਹਿੰਦੀਆਂ ਸੀ ਔਰਤਾਂ ਦੇ ਬੜਾ ਅਤਿਆਚਾਰ ਹੋ ਰਿਹਾ? ਇੱਕ ਪਾਸੇ ਮੀ ਟੂ ਕੰਪੇਨ ਦੇ ਵਿੱਚ ਤੁਸੀਂ MJ ਅਕਬਰ ਦੀ ਬਲੀ ਲਈ, ਉਹਨੂੰ ਮੰਤਰੀ ਮੰਡਲ ਚੋਂ ਬਾਹਰ ਕੱਢਿਆ। ਔਰ ਕੁੜੀਆਂ ਕਹਿ ਰਹੀਆਂ ਨੇ, ਜਸਟਿਸ ਵਰਮਾ ਦੀ ਰਿਪੋਰਟ ਤੋਂ ਬਾਅਦ ਤੇ ਕੋਈ 2 ਸੈਕਿੰਡ ਵੀ ਕਿਸੇ ਕੁੜੀ ਨੂੰ ਘੂਰ ਕੇ ਦੇਖ ਲੇ, ਘੂਰ ਕੇ ਨਹੀਂ ਵੈਸੇ ਦੇਖ ਲੇ, ਤੁਹਾਡੇ ਤੇ ਪਰਚਾ ਦਰਜ ਹੋ ਸਕਦਾ। ਤੇ ਇੱਕ ਕੁੜੀ ਕਹਿ ਰਹੀ ਆ, ਕੁੜੀਆਂ ਕਹਿ ਰਹੀਆਂ, ਉਹ ਵੀ ਉਹ ਕੁੜੀਆਂ ਜਿਨ੍ਹਾਂ ਦੇ ਮੈਡਲ ਜਿੱਤ ਕੇ ਲਿਆਂਦੀਆਂ, ਵਜੂਦ ਵੀ ਮੈਡਲ ਜਿੱਤ ਕੇ ਲਿਆਂਦਾ। ਤੇ ਤੁਸੀਂ ਸਰਕਾਰ ਇੰਨੀ ਇਸ ਲੈਵਲ ਤੇ ਹੋ ਜਾਂਦੀ ਕਿ ਤੁਸੀਂ ਕੁੜੀਆਂ ਦੇ ਕਹਿਣ ਤੇ ਦੂਜਾ ਮੰਨ ਨਹੀਂ ਰਹੇ ਹੈਗੇ। ਤੇ ਇਹ ਸਰਾਸਰ ਗਲਤ। ਔਰ ਦੇਖੋ ਕਿਵੇਂ ਬਣੀ ਆ ਗਿਆ, ਚਾਹੇ ਪ੍ਰਗਟ ਸਿੰਘ ਹੋਣਾ ਦਾ ਕਪਿਲਦੇਵ, ਸਾਨੀਆ ਮਿਰਜ਼ਾ, ਜਿਮੀ ਸ਼ੇਰਗਿੱਲ ਹੋ ਗਏ, ਸੋਨੂ ਸੂਦ ਹੋ ਗਏ, ਸਾਰੇ ਵੱਡੇ ਵਿਜੇ, ਨੀਰ ਚੋਪੜਾ ਜਿਹਨੇ ਇੱਕੋ ਇੱਕ ਮੈਡਲ ਆ। ਫਿਰ ਸੁਪਰੀਮ ਕੋਰਟ ਲੋਕੀ ਜਾ ਰਹੇ ਨੇ, ਇਹ ਹੱਦੋਂ ਵੱਧ ਹੋ ਗਈ। ਇੱਕ ਪਾਸੇ BJP ਕਹਿ ਰਹੇ ਬੇਟੀ ਬਚਾਓ ਤੇ ਬੇਟੀ ਪੜ੍ਹਾਓ, ਬੇਟੀਆਂ ਤੇ ਪੜ੍ਹ ਲੈਣਗੀਆਂ
ਤੇ ਬੀਜੇਪੀ ਦੇ ਲੀਡਰਾਂ ਕੋ ਬੇਟੀਆਂ ਬਚਾਉਣੀਆਂ ਪੈਣਗੀਆਂ ਦੇਸ਼ ਨੂੰ। ਮੈਨੂੰ ਲੱਗਦਾ ਇਸ ਮਸਲੇ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੇ ਗ੍ਰਹਿ ਮੰਤਰੀ ਇਨਸਾਫ ਨਹੀਂ ਕਰ ਰਹੇ ਦੇਸ਼ ਦੀਆਂ ਕੁੜੀਆਂ ਦੇ ਨਾਲ। ਔਰ ਕਿਵੇਂ ਇੱਕ ਬੰਦੇ ਦੇ 32 ਪਰਚੇ ਦਰਜ ਨੇ ਔਰ ਅਨੁਰਾਗ ਠਾਕੁਰ ਸਪੋਰਟਸ ਮਿਨਿਸਟਰ ਉਹ ਬਚਾਉਣ ਤੇ ਲੱਗੇ ਹੋਏ ਨੇ। ਤੇ ਇਹ ਜਿਹੜੀ ਇੱਕ ਹਵਾ ਬਣੀ ਹੈਗੀ ਹੈ ਸਪੋਰਟਸ, ਅਸੀਂ ਤਾਂ ਪਹਿਲਾਂ ਹੀ ਜਦੋਂ ਕਾਮਨਵੈਲਥ ਗੇਮ ਹੁੰਦੀਆਂ ਜਾਂ ਓਲੰਪਿਕ ਗੇਮ ਹੁੰਦੀਆਂ ਅਸੀਂ ਆਪਾਂ ਕਦੇ ਉੱਪਰੋਂ ਥੋੜ੍ਹਾ ਨਾਮ ਦੇਖਦੇ ਹੈਗਾ, ਆਪਾਂ ਤਾਂ ਥੱਲਿਓਂ ਦੇਖੀਦਾ ਉਹ ਅੱਛਾ ਇੱਥੇ ਕਿ ਇੰਡੀਆ ਦਾ ਨਾਮ ਹੈ। ਤੇ ਜੇ ਅਸੀਂ ਆਪਣੇ ਖਿਡਾਰੀਆਂ ਦਾ ਇੰਨਾ ਨਿਰਾਦਰ ਕਰਾਂਗੇ ਤੇ ਫਿਰ ਤੇ ਲਾਹਨਤ ਹੀ ਆ ਨਾ ਸਰਕਾਰਾਂ ਵਾਸਤੇ। ਔਰ ਸਭ ਤੋਂ ਵੱਡੀ ਗੱਲ, ਦੰਗਲ 'ਚ ਸਭ ਤੋਂ ਵੱਧ ਫਿਲਮ ਬਣਾ ਕੇ ਕਿੰਨੇ ਪੈਸਾ ਕਮਾਇਆ? ਆਮਿਰ ਖਾਨ ਨੇ। ਸੁਲਤਾਨ ਫਿਲਮ ਬਣਾ ਕੇ ਕਿੰਨੇ ਸਭ ਤੋਂ ਵੱਧ ਪੈਸਾ ਕਮਾਇਆ? ਇਹਨੇ ਸਲਮਾਨ ਖਾਨ ਨੇ। ਚੱਕ ਦੇ ਇੰਡੀਆ ਖੇਡਾਂ ਤੇ ਬਣੀ ਫਿਲਮ ਸ਼ਾਹਰੁਖ ਖਾਨ। ਮੈਰੀ ਕਾਮ ਤੇ ਕਿੰਨੇ ਬਣਾਇਆ? ਪ੍ਰਿੰਕਾ ਚੋਪੜਾ ਨੇ। ਇੱਦਾਂ ਦੀਆਂ ਫਿਲਮਾਂ ਬਣਾ ਕੇ ਮਿਲਖਾ ਸਿੰਘ ਕਿੰਨੇ ਬਣਾਈ? ਇਹਨੇ ਆਪਣੀ ਉਹ ਅਖਤਰ ਨੇ, ਹੈ ਨਾ। ਐਡੇ ਐਡੇ ਖਿਡਾਰੀ ਜਿੱਤ ਫਿਲਮਾਂ ਤੁਸੀਂ ਬਣਾ ਕੇ ਤੇ ਤੁਹਾਨੂੰ ਡਰ ਲੱਗਦਾ ਸਰਕਾਰਾਂ ਤੋਂ ਹੀ ਟੈਕਸ ਬਚਾਉਣ ਦੀ ਖਾਤਰ ਗੂੰਗੇ ਬੈਠੇ ਹੈਗੇ। ਖਿਡਾਰੀਆਂ ਦੇ ਨਾਮ ਵਰਤ ਕੇ ਤੁਸੀਂ ਪੈਸੇ ਇਕੱਠੇ ਕੀਤੇ 100 200 300 ਕਰੋੜ ਰੁਪਇਆ ਕਮਾਇਆ ਤੇ ਹੁਣ ਤੁਹਾਨੂੰ ਬੋਲਣ ਲੱਗਿਆ ਵੀ ਸ਼ਰਮ ਆਉਂਦੀ। ਕਿੱਥੇ ਬਾਲੀਵੁੱਡ ਦੇ ਕਿੱਥੇ ਗਏ ਨੇ? ਸਚਿਨ ਤੰਦੂਲਕਰ ਹੋਣੀ ਕਿੱਥੇ ਗਏ ਨੇ? ਸੌਰਵ ਗੰਗੋਲੀ ਹੋਣੀ ਕਿੱਥੇ ਗਏ ਨੇ? ਭਾਰਤੀ ਓਲੰਪਿਕ ਦੀ ਜਿਹੜੇ ਉਹਨਾਂ ਨੂੰ ਮੁਖੀ ਲਾਇਆ ਗਿਆ ਪੀਟੀ ਊਸ਼ਾ, ਉਹ ਆਪਣੀ ਹਿਸਾਬ ਨਾਲ ਬਿਆਨ ਦੇ। ਹਾਂ, ਉਹ ਜਦੋਂ ਪੀਟੀ ਊਸ਼ਾ ਦੀ ਅਕੈਡਮੀ ਕੈਂਸਲ ਕਰਤੀ ਤੇ ਉਹ ਵੀ ਰੋ ਰਹੀ ਸੀ, ਪ੍ਰੈਸ ਕਾਨਫਰੰਸ ਕੀਤੀ ਸੀ। ਤੇ ਮੈਨੂੰ ਲੱਗਦਾ ਪੀਟੀ ਊਸ਼ਾ ਵੀ ਸਰਕਾਰ ਦੇ ਦਬਾਅ ਹੇਠ ਆ। ਤੇ ਕਿੱਥੇ ਗਿਆ ਸਾਡਾ ਇੰਟਰਨੈਸ਼ਨਲ ਖਿਡਾਰੀ ਅਕਸ਼ੇ ਕੁਮਾਰ? ਕਿੱਥੇ ਆ? ਸਾਰੇ ਚੁੱਪ ਕਰਕੇ ਬੈਠੇ ਹੈਗੇ ਨੇ। ਤੁਸੀਂ ਇਹਨਾਂ ਤੇ ਬਾਇਓਪਿਕ ਬਣਾ ਕੇ ਅਰਬਾਂ ਰੁਪਏ ਕਮਾ ਲਏ ਹੈਗੇ। ਅੱਜ ਦੇਸ਼ ਦੇ ਖਿਡਾਰੀਆਂ ਨੂੰ, ਕੁੜੀਆਂ ਨੂੰ ਤੁਹਾਡੀ ਲੋੜ ਹੈਗੀ ਤੇ ਤੁਸੀਂ ਚੁੱਪ ਕਰਕੇ ਬੈਠੇ। ਤੇ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ ਉਹ ਜਿਹੜੇ ਕਿਹੜੇ ਕੰਟਰੀ ਦੀ ਸੀ ਲੜਕੀ, ਜਦੋਂ ਉਹਨੇ ਟਵੀਟ ਕਰਤਾ ਰਿਆਨਾ, ਤੇ ਸਾਰੀ ਬਾਲੀਵੁੱਡ ਤੜਫੁੱਟੀ ਸੀ ਕਿਉਂਕਿ ਬੀਜੇਪੀ ਨੇ ਡੰਡਾ ਦਿੱਤਾ ਸੀ ਜੇ ਨਾ ਟਵੀਟ ਆਏ ਹੈਗੇ ਨੇ ਤੇ ਤੁਹਾਡੀਆਂ IT ਐਨੂਅਲ ਇਨਕਮ ਟੈਕਸ ਰਿਟਰਨ ਸਾਰੇ ਛਾਪੇ ਪੈਣਗੇ। ਤੇ ਇਹ ਸਾਰੇ ਜਾਣੇ ਟਵੀਟ ਕਰਨ ਲੱਗ ਪਏ। ਤੇ ਅੱਜ ਕਿਉਂ ਨਹੀਂ ਟਵੀਟ ਕੀਤੇ ਹੈਗੇ? ਉਦੋਂ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਾਲੀਵੁੱਡ ਦਾ ਚਿਹਰਾ ਕੰਗਣਾ ਰਣੌਤ ਬਣ ਗਈ ਸੀ। ਹੁਣ ਤਾਂ ਕੁੜੀਆਂ ਦਾ ਮਸਲਾ, ਪਰ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਕੁੜੀਆਂ ਦੇ ਹੱਕ 'ਚ। ਬਸ ਕਿਉਂਕਿ ਬੀਜੇਪੀ ਹੈ। ਮਤਲਬ ਜੇ ਤੁਸੀਂ ਬੀਜੇਪੀ ਦੇ ਨਾਲ ਲਾਈਡ ਚੁੱਪ ਕਰ, ਅਨੁਪਮ ਖੇਰ ਕਿੱਥੇ ਨੇ? ਚੁੱਪ ਕਰਕੇ ਬੈਠੇ ਹੈਗੇ ਨੇ। ਮਤਲਬ ਦੇਸ਼ ਦੀ ਕੁੜੀਆਂ, ਦੇਸ਼ ਦੀ ਨਾਰੀ, ਤੁਹਾਨੂੰ ਉਹ ਕੰਜਕਾਂ ਪੂਜਣ ਦਾ ਕੋਈ ਹੱਕ ਨਹੀਂ ਹੈਗਾ। ਤੁਹਾਨੂੰ ਇਹ ਸਲੋਗਨ ਦੇਣ ਦਾ ਹੱਕ ਨਹੀਂ ਹੈਗਾ ਕਿ ਬੇਟੀ ਬਚਾਓ ਤੇ ਬੇਟੀ ਪੜਾਓ। ਮੈਨੂੰ ਲੱਗਦਾ ਜਿੱਦਣ ਇਹ ਲੋਕ ਇਦਾਂ ਦੇ ਨਾਅਰੇ ਲਾਉਣ ਜਾਂ ਕੰਜਕਾਂ ਪੂਜਣ, ਇਹਨਾਂ ਨੂੰ ਲਾਹਣਤਾਂ ਪਾਉਣੀਆਂ ਚਾਹੀਦੀਆਂ ਰੱਜ ਰੱਜ ਕੇ ਕਿ ਤੁਹਾਨੂੰ ਇਸ ਟਾਈਮ ਦੇਸ਼ ਪਿਆਰਾ, ਦੇਸ਼ ਦੀ ਨਾਰੀ ਪਿਆਰੀ ਆ ਕਿ ਜਾਂ ਪਾਰਟੀ ਪਿਆਰੀ ਹੈਗੀ ਆ। ਪਾਰਟੀ ਸੁਪਰੀਮ ਨਹੀਂ ਹੋ ਸਕਦੀ ਹੈਗੀ, ਦੇਸ਼ ਸੁਪਰੀਮ ਹੋ ਸਕਦਾ। ਉਹ ਦੇਸ਼ ਦੇ ਖਿਡਾਰੀ ਸੁਪਰੀਮ ਹੋ ਸਕਦੇ, ਉਹ ਰੀਅਲ ਜਿਹੜੇ ਸਾਡੇ ਹੀਰੋ ਨੇ ਉਹ ਸੁਪਰੀਮ ਹੋ ਸਕਦੇ ਨੇ। ਪਾਰਟੀਆਂ ਤੇ ਆ ਗਈ ਚਲ ਗਈ ਹੈਗੀ, ਪਰ ਪਾਰਟੀਆਂ ਅੱਜ ਕੱਲ੍ਹ ਪ੍ਰਾਇਓਰਟੀ ਪਾਰਟੀ ਹੋ ਗਈ ਆ। ਤੇ ਇਸ ਕਰਕੇ ਅਗਰ ਇੱਥੇ ਕਾਂਗਰਸ ਸਰਕਾਰ ਹੁੰਦੀ, ਸਿਮਰਤੀ ਰਾਣੀ ਮੈਡਮ ਨੇ ਸਭ ਤੋਂ ਵੱਧ ਰੌਲਾ ਪਾਉਣਾ ਸੀ, ਕੰਗਨਾ ਰਣੌਤ ਨੇ ਸਭ ਤੋਂ ਵੱਧ ਰੌਲਾ ਪਾਉਣਾ ਸੀ, ਅਕਸ਼ੇ ਕੁਮਾਰ ਨੇ ਸਭ ਤੋਂ ਵੱਧ ਰੌਲਾ ਪਾਉਣਾ ਸੀ, ਸਲਮਾਨ ਖਾਨ ਨੇ ਸਭ ਤੋਂ ਵੱਧ ਰੌਲਾ ਪਾਉਣਾ ਸੀ। ਬਸ ਹੁਣ ਕਿਉਂਕਿ ਬੀਜੇਪੀ ਸੈਂਟਰ 'ਚ ਸਾਰੇ ਡਰ ਕੇ ਬੈਠੇ ਹੈਗੇ ਨੇ। ਜੀ ਬਹੁਤ ਸ਼ੁਕਰੀਆ। ਪ੍ਰੋਗਰਾਮ 16 ਨੇ ਸੱਚ ਵਿੱਚ ਕੁਝ ਅਹਿਮ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਕਿ ਇਹਨਾਂ ਮਸਲਿਆਂ ਦੇ ਉੱਤੇ ਕੀ ਹੋ ਰਿਹਾ ਤੇ ਕੀ ਹੋਣਾ ਚਾਹੀਦਾ। ਤੁਸੀਂ ਕੀ ਸੋਚਦੇ ਹੋ? ਆਪਣੀ ਰਾਏ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।